ਪੰਜਾਬੀ ਨੈਸ਼ਨਲ ਟੀਵੀ ਦੇਖ ਰਿਹਾ ਸਭ ਦਰਸ਼ਕਾਂ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਵਿਚਾਰ ਚਰਚਾ। ਵਿਚਾਰਾਂ 'ਤੇ ਚਰਚਾ ਕਰਨ ਲਈ ਸਾਡੇ ਨਾਲ ਹਾਜ਼ਰ ਨੇ ਸ਼ੇਰਗਿੱਲ ਸਾਹਿਬ। ਇਸ ਤੋਂ ਪਹਿਲਾਂ ਕਿ ਅਸੀਂ ਉਹਨਾਂ ਦਾ ਸਵਾਗਤ ਕਰੀਏ, ਅਸੀਂ ਇਸ ਗੱਲ ਨੂੰ ਵੀ ਇੱਕ ਵਾਰ ਵਿਚਾਰੀਏ ਕਿ ਅੱਜ ਅਸੀਂ ਕੀ ਵਿਚਾਰਨਾ ਹੈ। ਗੱਲ ਹੋਵੇਗੀ ਦਿੱਲੀ ਦੇ ਵਿੱਚ ਬੈਠੇ ਕਿਸਾਨਾਂ ਦੀ, ਅਤੇ ਉਸ ਦੇ ਨਾਲ ਪੰਜਾਬ ਦੇ ਹਾਲਾਤਾਂ ਦੀ ਗੱਲ ਹੋਵੇਗੀ। ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਕੀ ਕਰ ਰਹੀਆਂ ਨੇ ਉਹ ਗੱਲ ਹੋਵੇਗੀ, ਅਤੇ ਉਸ ਦੇ ਨਾਲ ਹੀ ਗੱਲ ਕਰਾਂਗੇ ਕਿ ਕੇਂਦਰ ਸਰਕਾਰ ਦੀ ਪਹਿਲਾਂ ਤਾਂ ਕਿਸਾਨਾਂ ਨਾਲ 5-6 ਮੀਟਿੰਗਾਂ ਬੇਸਿੱਟਾਂ ਹੋ ਗਈਆਂ, ਹੁਣ ਉਹ ਆਪਸ ਦੇ ਵਿੱਚ ਇਸ ਵਿਚਾਰ 'ਤੇ ਨੇ ਕਿ ਕਿਸਾਨਾਂ ਨਾਲ ਹੁਣ ਅਗਲੀ ਗੱਲ ਕੀ ਕੀਤੀ ਜਾਵੇ। ਆਓ ਸਵਾਗਤ ਕਰਦੇ ਹਾਂ ਸਰਦਾਰ ਸ਼ੇਰਗਿੱਲ ਸਾਹਿਬ ਜੀ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਸਰ? ਬਹੁਤ ਵਧੀਆ ਜੀ, ਤੁਸੀਂ ਦੱਸੋ। ਪਿਛਲੇ ਹਫ਼ਤੇ ਅਸੀਂ ਦਿੱਲੀ ਘੁੰਮ ਕੇ ਆਏ ਸੀ ਅਤੇ ਹੁਣ ਤੁਸੀਂ ਦਿੱਲੀ ਜਾ ਕੇ ਆਏ ਆ। ਬਿਲਕੁਲ ਜੀ, ਇੱਕ ਗੱਲ ਕਹਾਵਤ ਹੈ ਨਾ, ਜਿਹਨੇ ਲਾਹੌਰ ਨਹੀਂ ਦੇਖਿਆ ਜੀ ਉਹਨੇ ਕੁਝ ਨਹੀਂ ਦੇਖਿਆ ਜੀ। ਸੋ ਇਹ ਕਹਾਵਤ ਜਿਹੜੀ ਇੱਧਰ ਜ਼ਰੂਰ ਢੁੱਕਦੀ ਹੈ ਵੀ ਜਿਹਨੇ ਸਿੰਘੂ ਬਾਰਡਰ 'ਤੇ ਬੈਠੇ ਕਿਸਾਨਾਂ ਨੂੰ ਨਹੀਂ ਦੇਖਿਆ ਜੀ, ਉਹਨੇ ਫਿਰ ਕੁਝ ਵੀ ਨਹੀਂ ਦੇਖਿਆ। ਬਿਲਕੁਲ। ਸੋ ਇਹ ਸਾਰਿਆਂ ਨੂੰ ਦੇਖਣਾ ਚਾਹੀਦਾ ਆ। ਹਰੇਕ ਪਰਿਵਾਰ ਦਾ ਇੱਕ ਮੈਂਬਰ ਪੰਜਾਬ ਦੇ ਵਿੱਚੋਂ ਚਾਹੇ ਕਿਸੇ ਸਟੇਟ 'ਚੋਂ ਹੋਵੇ, ਉਹ ਇੱਕ ਵਾਰੀ ਜ਼ਰੂਰ ਦੇਖ ਕੇ ਆਵੇ ਵੀ ਸਾਡੇ ਜਿਹੜੇ ਆ ਕਿਸਾਨ ਆ ਉਹ ਆਪਣੇ ਹੱਕਾਂ ਲਈ, ਆਪਣੇ ਅਧਿਕਾਰਾਂ ਲਈ ਲੜਦੇ ਹੋਏ ਕਿਸ ਹਾਲਾਤ ਵਿੱਚ ਰਹਿੰਦੇ ਆ ਅਤੇ ਕਿਵੇਂ ਉਹਨਾਂ ਦਾ ਜਿਹੜਾ ਉੱਥੋਂ ਦਾ ਮੋਰਚਾ ਡਟਿਆ ਹੋਇਆ ਆ। ਇਹ ਜ਼ਰੂਰ ਹਰੇਕ ਨੂੰ ਵਾਚਣਾ ਦੇਖਣਾ ਚਾਹੀਦਾ। ਆਪਾਂ ਇੱਦਾਂ ਵੀ ਕਹਿ ਸਕਦੇ ਹਾਂ ਕਿ ਜਿਹੜਾ ਪੰਜਾਬ ਅਸੀਂ ਇੱਥੋਂ ਮਿਸ ਕਰ ਰਹੇ ਹਾਂ ਉੱਥੇ ਫਿਰ ਇਕੱਠਾ ਹੋਇਆ। ਮਿੰਨੀ ਪੰਜਾਬ ਵੀ ਕਹਿ ਦਿੰਦੇ ਆ, ਪਰ ਇਸ ਵੇਲੇ ਮੈਨੂੰ ਤਾਂ ਲੱਗਦਾ ਜੇ 15-16 ਕਿਲੋਮੀਟਰ ਦੇ ਵਿੱਚ ਫੈਲਿਆ ਤਾਂ ਫਿਰ ਪੂਰਾ ਪੰਜਾਬ ਹੀ ਲੈ ਲਈਏ ਜੀ। ਜੇ ਆਪਾਂ ਪੂਰਾ ਪੰਜਾਬ ਮਿੰਨੀ ਪੰਜਾਬ ਕਹਿ ਦਈਏ ਤਾਂ ਉਹ ਠੀਕ ਰਹਿੰਦਾ, ਪਰ ਜੇ ਆਪਾਂ ਕਿਸੇ ਹੋਰ ਸੂਬੇ 'ਚ ਜਾ ਕੇ ਇਹੋ ਜਿਹਾ ਰੰਗਤ ਦੇਖਦੇ ਹਾਂ, ਇਹੋ ਜਿਹਾ ਦ੍ਰਿਸ਼ ਦੇਖਦੇ ਹਾਂ, ਫਿਰ ਉਹਨੂੰ ਪੰਜਾਬ ਹੀ ਕਹਾਂਗੇ। ਜਦੋਂ ਤੁਹਾਨੂੰ ਯਾਦ ਹੋਊਗਾ ਆਮ ਕਰਕੇ ਵਿਸਾਖੀ ਦੇ ਸਮੇਂ 'ਤੇ, ਗੁਰਪੁਰਬ 'ਤੇ, ਕਿਸੇ 'ਤੇ ਵਿਦੇਸ਼ਾਂ ਵਿੱਚ ਖਾਸ ਕਰਕੇ ਅਮਰੀਕਾ ਕੈਨੇਡਾ ਜਦੋਂ ਕੋਈ ਨਗਰ ਕੀਰਤਨ ਨਿਕਲਦਾ ਨਾ, ਉਹਦਾ ਜਿਹੜਾ ਦ੍ਰਿਸ਼ ਆ ਉਹ ਆਪਣੇ ਆਪ ਦੇਖਦਾ ਬਣਦਾ, ਅਤੇ ਹਰੇਕ ਬੰਦਾ ਉੱਥੇ ਇਹੀ ਕਹਿੰਦਾ ਵੀ ਲੈ ਵੀ ਪੂਰਾ ਪੰਜਾਬ ਹੀ ਆ ਗਿਆ ਇੱਥੇ ਜੀ। ਉਹੀ ਚੀਜ਼ ਇੱਥੇ ਆ। ਜਦੋਂ ਆਪਾਂ ਸ਼ੁਰੂ ਹੋ ਜਾਂਦੇ ਸੋਨੀਪਤ ਦੇ ਬਾਰਡਰ ਤੋਂ ਲੈ ਕੇ ਸਿੰਘੂ ਤੱਕ ਦਾ 15-16 ਕਿਲੋਮੀਟਰ ਦਾ, ਜੇ ਬੰਦੇ ਨੇ ਤੁਰ ਕੇ ਉਹ ਜਾ ਕੇ ਦੇਖਣਾ ਹੋਵੇ ਨਾ, ਤੇ ਉਹ ਆਪਣੇ ਆਪ 'ਚ ਲੱਗੂਗਾ ਵੀ ਹਾਂ ਇਹ ਪੰਜਾਬ ਹੀ ਆ ਜੀ। ਸੋ ਉਹਨੂੰ ਉਹ ਪੰਜਾਬ ਹੀ ਕਹਿ ਸਕਦੇ ਵੀ ਕਿਸਾਨਾਂ ਨੇ ਦਿੱਲੀ ਦੇ ਹਿੱਕ ਵਿੱਚ ਜਾ ਕੇ ਪੰਜਾਬ ਵਸਾ ਦਿੱਤਾ ਜੀ। ਚਾਹੇ ਉਹਨਾਂ ਨੂੰ ਮਜਬੂਰ ਕੀਤਾ ਵਸਾਉਣ ਲਈ, ਚਾਹੇ ਉਹ ਆਪਣੇ ਹੱਕਾਂ ਲਈ ਗਏ ਆ, ਪਰ ਉੱਥੇ ਜਿਹੜੀ ਪੰਜਾਬੀ ਰੰਗਤ ਆ ਪੂਰੀ ਦਿਸ ਰਹੀ ਆ ਜੀ। ਚਾਹੇ ਉਹ ਲੰਗਰ ਤੋਂ ਲੈ ਕੇ ਸੇਵਾ ਭਾਵਨਾ ਤੋਂ ਲੈ ਕੇ ਸਵੈ ਵਲੰਟੀਅਰ ਜਿਹੜੇ ਹੁੰਦੇ ਆ, ਸਵੈ ਇੱਛਾ ਨਾਲ ਕੰਮ ਕਰਨ ਵਾਲੇ ਜਿਹੜੇ ਨੌਜਵਾਨ ਜਿਹੜੇ ਆ ਜਜ਼ਬਾ ਰੱਖਦੇ ਆ, ਉਹ ਸਾਰਿਆਂ ਦੀ ਗੱਲ ਕਰਕੇ ਦੇਖੀਏ ਤਾਂ ਉਹਨਾਂ ਦੇ ਵਿੱਚ ਪੰਜਾਬੀਅਤ ਦਾ ਪੂਰਾ ਨਜ਼ਾਰਾ ਦੇਖਣ ਨੂੰ ਮਿਲਦਾ ਜੀ। ਵਿਰਸੇ ਨੂੰ ਵੀ ਸੰਭਾਲ ਕੇ ਰੱਖਿਆ ਹੋਇਆ। ਉੱਥੇ ਗਾਣੇ ਵਜਾਣੇ ਵੀ ਵੱਜਦੇ ਆ, ਸ਼ਾਮ ਦੇ ਟਾਈਮ ਜਾਗੋ ਵੀ ਨਿਕਲਦੀ ਆ ਜਿਹਦੇ ਵਿੱਚ ਸਰਕਾਰ ਨੂੰ ਸਿੱਠਣੀਆਂ ਪਾਈਆਂ ਜਾਂਦੀਆਂ, ਸਰਕਾਰ ਨੂੰ ਫਿੱਟ ਲੈਣਤਾਂ ਪਾਉਂਦੇ ਆ, ਬੀਬੀਆਂ ਵੀ ਨਿਕਲਦੀਆਂ, ਮਸ਼ਾਲ ਮਾਰਚ ਵੀ ਨਿਕਲਦੇ ਆ। ਜੋ ਦ੍ਰਿਸ਼ ਪੰਜਾਬ ਦੇ ਵਿੱਚ ਜਿਹੜਾ ਵਿਰਸੇ ਦੇ ਵਿੱਚ ਸਾਡੀ ਵਿਰਾਸਤ ਦੇ ਵਿੱਚ ਆ, ਉਹ ਉੱਥੇ ਤਕਰੀਬਨ ਸਾਰਾ ਹੀ ਉਹਨਾਂ ਨੇ ਸਿਰਜਿਆ ਹੋਇਆ ਆ। ਦੁਪਹਿਰ ਨੂੰ ਸਾਰਾ ਦਿਨ ਤਕਰੀਰਾਂ ਸੁਣਦੇ ਆ, ਗਰਮ ਜੋਸ਼ੀਲੇ ਜਿਹੜੀਆਂ ਤਕਰੀਰਾਂ ਬੁਲਾਰਿਆਂ ਦੀਆਂ ਹੁੰਦੀਆਂ ਆ, ਚਾਹੇ 5 ਮਿੰਟ ਬੋਲੇ ਕੋਈ 10 ਮਿੰਟ ਬੋਲੇ, ਉੱਥੇ ਬੈਠੇ ਜਿਹੜੇ ਕਿਸਾਨ ਆ ਉਹ ਉਹਨਾਂ ਨੂੰ ਪੂਰੀ ਨੀਂਝ ਲਾ ਕੇ ਸੁਣਦੇ ਆ ਕਿ ਕਿਹੜਾ ਬੰਦਾ ਕੀ ਬੋਲ ਗਿਆ ਅਤੇ ਕਿਹੜਾ ਕੀ ਨਹੀਂ ਬੋਲ ਗਿਆ। ਉਸ ਤੋਂ ਬਾਅਦ ਉਹਨਾਂ ਦਾ ਫਿਰ ਜਿਹੜਾ ਸ਼ਾਮ ਦੇ ਟਾਈਮ 4 ਵਜੇ ਤੱਕ ਸਟੇਜ ਖਤਮ ਹੁੰਦੀ ਆ, ਫਿਰ ਉਹ ਆਪਣੇ ਤੁਰ ਪੈਂਦੇ ਆ ਰਾਹਾਂ ਦੇ ਵਿੱਚ। ਇਸ ਤਰੀਕੇ ਨਾਲ ਵੀ ਉਹਨੂੰ ਜਗਾਉਣ ਦਾ ਯਤਨ ਕਰਦੇ ਆ ਸਰਕਾਰ ਨੂੰ, ਚਾਹੇ ਉਹ ਬੁਲਾਰਿਆਂ ਨੇ ਉੱਥੇ ਸਟੇਜ 'ਤੇ ਕੀਤਾ ਆ। ਸੁਣਨ ਵਾਲੇ ਸਰੋਤੇ ਜਿਹੜੇ ਉਹ ਆਪਣੇ ਢੰਗ ਨਾਲ ਸਰਕਾਰ ਨੂੰ ਜਗਾਉਣ ਦਾ ਯਤਨ ਕਰਦੇ ਆ, ਵੀ ਝੰਡੇ ਲੈ ਕੇ ਨਿਕਲ ਜਾਂਦੇ ਆ ਸਾਰੇ ਰਾਹਾਂ ਦੇ ਵਿੱਚ, ਮਸ਼ਾਲ ਮਾਰਚ ਮਸ਼ਾਲ ਜਗਾ ਲੈਂਦੇ ਆ, ਫਿਰ ਜਾਗੋ ਕੱਢਦੇ। ਫਿਰ ਨੌਜਵਾਨ ਮੈਂ ਦੇਖੇ ਆ ਜਿਹੜੇ ਅੱਜ ਕੱਲ੍ਹ ਦੇ ਨਵੇਂ ਗੀਤ, ਨਵੇਂ ਤਾਜ਼ੇ ਜਿਹੜੇ ਕਿਸਾਨੀ ਅੰਦੋਲਨ 'ਤੇ ਹੀ ਗਾਇਕਾਂ ਨੇ ਲਿਖੇ ਆ, ਉਹ ਫਿਰ ਗੀਤ 4 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਇੰਨੇ ਕੁ ਵੱਜਦੇ ਉੱਥੇ ਜੀ। ਬੰਦਾ ਆਪਣੇ ਆਪ ਦੇਖ ਲੈਂਦਾ ਵੀ ਇਹ ਤਾਂ ਇੱਕ ਮਾਹੌਲ ਇਹੋ ਜਿਹਾ ਜੇ ਇੱਥੇ ਕਿਤੇ ਆ ਕੇ ਸਰਕਾਰ ਸੁਣ ਲਵੇ ਤਾਂ ਵਾਕਈ ਥੋੜ੍ਹੀ ਬਹੁਤਾ ਉਹਨੂੰ ਇਹਦਾ ਅਹਿਸਾਸ ਜ਼ਰੂਰ ਹੋਵੇ ਵੀ ਇਹ ਬੰਦੇ ਇਹੋ ਜਿਹੀ ਠੰਡ ਦੇ ਵਿੱਚ ਆ ਕੇ ਵੀ ਇੰਨੇ ਚੜ੍ਹਦੀ ਕਲਾ ਦੇ ਵਿੱਚ ਆ ਵੀ ਕੋਈ ਤਾਂ ਉੱਥੇ ਗਾਉਣਾ ਵਜਾਉਣ ਦਾ ਤਾਂ ਕੰਮ ਇੱਕ ਪਾਸੇ ਰਿਹਾ, ਉੱਥੇ ਕਈ ਬੰਦੇ ਇਹੋ ਜਿਹੇ ਜਿਹੜੇ ਲਾ ਕੇ ਟਰੈਕਟਰ 'ਤੇ ਆਪਣੇ ਕਾਰਾਂ ਦੇ ਵਿੱਚ ਭੰਗੜੇ ਪਾਉਂਦੇ ਆ ਜੀ। ਉਹ ਆਪਣਾ ਮਨੋਰੰਜਨ ਵੀ ਕਰਦੇ ਆ, ਇਕੱਲਾ ਇਹ ਨਹੀਂ ਵੀ ਅਸੀਂ ਦੱਸਦੇ ਆ ਉੱਥੇ ਵੀ ਅਸੀਂ ਜਿੱਦਾਂ ਤੁਸੀਂ ਮਰਜ਼ੀ ਸਾਡੇ ਨਾਲ ਧੱਕਾ ਕਰ ਲਓ। ਇਹ ਕੌਮ ਜਿਹੜੀ ਆ ਪੰਜਾਬੀ, ਇਹ ਚੜ੍ਹਦੀ ਕਲਾ 'ਚ ਸੀ, ਹੈ ਤਾਂ ਰਹੂਗੀ ਜੀ। ਸ਼ੇਰਗਿੱਲ ਸਾਹਿਬ, ਇਹ ਤਾਂ ਆਪਾਂ ਸਿੰਘੂ ਬਾਰਡਰ ਦੀ ਗੱਲ ਕਰਦੇ ਹਾਂ, ਅਤੇ ਦੂਸਰਾ ਵੀ ਤੁਸੀਂ ਦੇਖਿਆ ਟਿੱਕਰੀ ਬਾਰਡਰ ਦੀ ਕੀ ਹਾਲਾਤ ਨੇ ਜੀ? ਟਿੱਕਰੀ ਬਾਰਡਰ ਦੇ ਉੱਥੇ ਬਹਾਦਰਗੜ੍ਹ ਜਿਹੜਾ ਸਟੇਸ਼ਨ ਹੈ ਨਾ ਮੈਟਰੋ ਜੀ, ਉਹ ਉੱਤੋਂ ਦੀ ਮੈਟਰੋ ਲੰਘਦੀ ਆ, ਤਾਂ ਥੱਲੇ ਹੇਠਾਂ ਸਾਰਾ ਹੀ ਕਿਸਾਨਾਂ ਨੇ ਆਪਣਾ ਜਿਹੜਾ ਮੋਰਚਾ ਲਾਇਆ ਹੋਇਆ ਆ। ਉੱਥੇ ਟਰਾਲੀਆਂ ਦੀ ਬੜੀ ਲੰਬੀ ਲਾਈਨ ਆ ਉੱਦਾਂ,
ਪਰ ਜੋ ਇਕੱਠ ਜੋ ਉੱਥੇ ਦੇਖੀਏ ਆਪਾਂ ਲੋਕਾਂ ਦਾ ਤੁਰਨ ਫਿਰਨ ਦਾ ਜਾਂ ਜੋ ਵੀ ਹੈ, ਉਹ ਉਸ ਤਰੀਕੇ ਦਾ ਟਿਕਰੀ ਬਾਰਡਰ ਤੇ ਬੇਸ਼ੱਕ ਨਹੀਂ ਦੇਖਣ ਨੂੰ ਮਿਲਿਆ, ਪਰ ਉਹਨਾਂ ਦਾ ਆਪਣਾ ਇੱਕ ਵੱਖਰਾ ਰੂਪ ਆ ਜੀ ਟਿਕਰੀ ਬਾਰਡਰ ਵਾਲਿਆਂ ਦਾ, ਕਿਉਂਕਿ ਉਹਨਾਂ ਨੇ ਇੱਕ ਕਹਿੰਦੇ ਉਹ ਜਿਹੜਾ ਬਾਰਡਰ ਦਿੱਲੀ ਨੂੰ ਲੱਗਦਾ ਨਾ, ਉਹ ਘੇਰਿਆ ਹੋਇਆ ਇੱਕ ਮੈਟਰੋ ਸਟੇਸ਼ਨ ਤਾਂ ਵੈਸੇ ਬੰਦ ਆ, ਚੱਲਦੀ ਨਹੀਂ ਉੱਥੇ, ਉਹ ਤੋਂ ਗਾਹਾਂ ਦਿੱਲੀ ਆ ਸਾਰੀ, ਉਹ ਇੱਕ ਸਾਈਡ ਤੇ ਪੈ ਜਾਂਦਾ। ਪਰ ਉਹ ਜਿਹੜੀ ਨਵੀਂ ਗੱਲ ਇੱਕ ਮੈਨੂੰ ਦੇਖਣ 'ਚ ਇਹ ਲੱਗੀ ਆ ਵੀ ਜਦੋਂ ਅਸੀਂ ਸਿੰਘੂ ਬਾਰਡਰ ਤੋਂ 1.5 ਘੰਟੇ ਦਾ ਰਸਤਾ ਲੱਗਦਾ ਉੱਥੋਂ ਜਾਂਦਿਆਂ ਨੂੰ ਟਿਕਰੀ ਬਾਰਡਰ ਤੱਕ ਜੀ, ਇੱਕ ਦੋ ਥਾਵਾਂ ਤੇ ਸਾਨੂੰ ਹਰਿਆਣਵੀ ਲੋਕਾਂ ਨੂੰ ਪੁੱਛਣ ਦਾ ਮੌਕਾ ਸਾਨੂੰ ਮਜਬੂਰ ਹੋਣਾ ਪਿਆ, ਰਸਤਾ ਨਹੀਂ ਪਤਾ ਸੀ ਕਰਕੇ। ਜਦੋਂ ਅਸੀਂ ਗੱਡੀ ਰੋਕ ਕੇ ਪੁੱਛਿਆ ਨਾ ਕਿਸੇ ਨੂੰ ਵੀ ਟਿਕਰੀ ਬਾਰਡਰ ਕਿੱਧਰ ਆ ਵੀ ਅਸੀਂ ਜਾਣਾ ਉਧਰ ਨੂੰ, ਜੀ ਪਹਿਲਾਂ ਤਾਂ ਉਹ ਸਹੀ ਰਸਤਾ ਦੱਸ ਦੇਣਗੇ ਵੀ ਇੱਧਰੋਂ ਹੋ ਕੇ ਇਹਨੂੰ ਹੋ ਕੇ, ਉਹ ਤਾਂ ਚਲੋ ਪਹਿਲਾਂ ਵੀ ਦੱਸਦੇ ਸੀਗੇ। ਜਦੋਂ ਉਹਨਾਂ ਨੇ ਦੱਸਣਾ ਨਾ ਵੀ ਯਾਰ ਉੱਥੇ ਹੀ ਆ ਜਿੱਥੇ ਕਿਸਾਨ ਮੋਰਚਾ ਲਾ ਕੇ ਬੈਠੇ ਆ, ਕਹਿੰਦੇ ਹਾਂਜੀ ਉੱਥੇ ਹੀ ਆ, ਉਹ ਅਗਲੀ ਗੱਲ ਬਾਅਦ 'ਚ ਕਹਿੰਦੇ ਸੀ ਆ ਜਾਓ ਪਹਿਲਾਂ ਚਾਹ ਪਾਣੀ ਪੀ ਕੇ ਜਾਇਓ ਤੁਸੀਂ, ਜੀ ਸੇਵਾ ਪਾਣੀ ਕੋਈ ਦੱਸੋ ਸਾਨੂੰ, ਸਾਡੇ ਲਈ ਸੇਵਾ ਦੱਸੋ। ਇਹ ਜਿਹੜਾ ਹਰਿਆਣਵੀਆਂ ਦੇ ਵਿੱਚ ਜਿਹੜਾ ਵਤੀਰਾ ਬਦਲਿਆ ਨਾ, ਇਹ ਆਪਣੇ ਆਪ 'ਚ ਇੱਕ ਮਿਸਾਲ ਆ। ਜਦੋਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਨਾ ਵੀ ਪੰਜਾਬ ਜਿਹੜਾ ਆ ਉਹ ਸਾਰਿਆਂ ਸਟੇਟਾਂ ਦੇ ਵਿੱਚੋਂ ਦੇਸ਼ ਦੇ ਵੱਡਾ ਭਰਾ ਹੋ ਕੇ ਨਿਬੜਿਆ ਆ, ਉਹ ਹੁਣ ਵੱਡਾ ਭਰਾ ਵਜੋਂ ਹੀ ਹਰਿਆਣਾ ਉਹਨੂੰ ਕੱਲਾ ਬੱਚਾ, ਕੱਲਾ ਮੈਚਿਓਰ ਬੰਦਾ ਤੇ ਕੱਲਾ ਬਜ਼ੁਰਗ ਜਿਹੜਾ ਉਹਨੂੰ ਇੱਕ ਵੱਡਾ ਭਰਾ ਦੇ ਤੌਰ ਤੇ ਹੀ ਮਿਲਦਾ ਆ, ਵੱਡੇ ਭਰਾ ਦੇ ਤੌਰ ਤੇ ਮੰਨਦਾ। ਨਹੀਂ ਤਾਂ ਤੁਸੀਂ ਦੱਸੋ ਵੀ ਕਿਹੜਾ ਬੰਦਾ ਆ ਜਿਹੜਾ ਕੋਈ ਤੁਹਾਨੂੰ ਤੁਸੀਂ ਰਾਹ ਵੀ ਪੁੱਛੋ ਉਹਨੂੰ ਤੇ ਉਹ ਤੁਹਾਨੂੰ ਕਹੇ ਨਹੀਂ ਯਾਰ ਚਾਹ ਪਾਣੀ ਪੀ ਕੇ ਜਾਇਓ। ਜੀ ਅੱਜ ਤੱਕ ਇਦਾਂ ਹੋਈ ਨਹੀਂ ਕਦੇ। ਆਪਾਂ ਨੂੰ ਵੀ ਕਈ ਬੰਦੇ ਪੁੱਛ ਲੈਂਦੇ ਆ ਰਸਤੇ ਦਾ, ਆਪਾਂ ਤਾਂ ਨਹੀਂ ਕਿਸੇ ਨੂੰ ਕਦੇ ਪੁੱਛਿਆ ਬਿਲਕੁਲ। ਪਰ ਉਹਨਾਂ ਦੇ ਵਿੱਚ ਐਸਾ ਜਜ਼ਬਾ ਆ ਗਿਆ ਵੀ ਉਹ ਜਦੋਂ ਦੱਸੀ ਇਹਨਾਂ ਨੂੰ ਵੀ ਯਾਰ ਜਿੱਥੇ ਕਿਸਾਨ ਮੋਰਚਾ ਲਾ ਕੇ ਬੈਠੇ ਆ ਤੇ ਉਦੋਂ ਉਹਨਾਂ ਕਹਿੰਦੇ ਆ ਜਾਓ ਫਿਰ ਚਾਹ ਪਾਣੀ ਪੀ ਲਓ, ਸੇਵਾ ਪਾਣੀ ਤੁਹਾਡੀ ਕਰਦੇ ਆ, ਫਿਰ ਜਾਇਓ। ਜੀ ਇਹ ਆਪਣੇ ਆਪ 'ਚ ਜਿਹੜਾ ਹਰਿਆਣਵੀ ਲੋਕਾਂ ਦਾ ਵਤੀਰਾ ਬਦਲਿਆ ਹੈ। ਜੀ ਇੱਕ ਗੱਲ ਹੋਰ ਮੈਂ ਦੇਖੀ ਆ, ਜਦੋਂ ਆਪਾਂ ਫਲਾਈਟਾਂ ਚੱਲਦੀਆਂ ਹੁੰਦੀਆਂ ਸੀ ਵਿਦੇਸ਼ਾਂ 'ਚੋਂ ਬੰਦੇ ਜਦੋਂ ਆਪਣੇ ਆਉਂਦੇ ਪੰਜਾਬ 'ਚ, ਜੀ ਉਹਨੂੰ ਲੈਣ ਗਿਆ ਨੂੰ ਵੀ ਤਕਰੀਬਨ ਇੱਕ ਬੰਦਾ ਆਉਣ ਵਾਲਾ ਹੁੰਦਾ ਤੇ 4 ਜਣੇ ਲੈਣ ਜਾਂਦੇ ਆ, ਖੁਸ਼ੀ ਹੁੰਦੀ ਇੰਨੀ। ਜੇ ਚੜਾਉਣ ਗਿਆ ਨੂੰ ਵੀ 4-5 ਬੰਦੇ ਗਏ ਹੁੰਦੇ ਆ, ਕਿਉਂਕਿ ਉਸ ਵੇਲੇ ਥੋੜਾ ਜਿਹਾ ਵਿਛੜਨ ਦਾ ਦੁੱਖ ਹੁੰਦਾ। ਉਦੋਂ ਜਿਹੜਾ ਗੱਡੀਆਂ ਦਾ ਜਮਾਵੜਾ, ਜਿੰਨੇ ਰਾਹਾਂ 'ਚ ਢਾਬੇ ਹੋਟਲ ਆਉਂਦੇ ਆ, ਉਹਨਾਂ ਤੋਂ ਕਿਤੇ ਵੱਧ ਜਮਾਵੜਾ ਜਿਹੜਾ ਹੁਣ ਦੇਖਣ ਨੂੰ ਮਿਲਦਾ। ਜੀ ਔਰ ਉੱਥੇ ਜਦੋਂ ਢਾਬਿਆਂ ਵਾਲਿਆਂ ਨਾਲ ਗੱਲ ਕਰੀ ਦੀ ਬਈ ਇਹ ਜਿਹੜਾ ਹੁਣ ਦਾ ਇਕੱਠ ਆ ਜਾਂ ਇਹ ਤੁਹਾਡਾ ਜਿਹੜਾ ਉਦੋਂ ਫਲਾਈਟਾਂ ਚੱਲਣ ਵੇਲੇ ਦਾ ਇਕੱਠ ਸੀ ਉਹਦੇ ਨਾਲ ਕੀ ਤੁਲਨਾ ਕਰਦੇ ਆ, ਕਹਿੰਦੇ ਸਰਦਾਰ ਜੀ ਬਹੁਤ ਜ਼ਿਆਦਾ ਆ ਜੀ। ਇਹ 2-3 ਦਿਨਾਂ ਦਾ ਸਮਾਂ ਹੋਰ ਵੱਧ ਗਿਆ। ਆਉਂਦੇ ਇਹੋ ਹੀ ਆ ਜਿਨ੍ਹਾਂ ਦੇ ਮੂਹਰੇ ਝੰਡੀਆਂ ਲੱਗੀਆਂ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਸਾਰੀਆਂ ਗੱਡੀਆਂ ਦੇ ਝੰਡੀਆਂ ਲੱਗੀਆਂ ਹੋਈਆਂ। ਔਰ ਉਹ ਕਹਿੰਦੇ ਵੀ ਆ ਹੀ ਇਹ ਰਹੇ ਆ। ਫਲਾਈਟਾਂ ਤਾਂ ਹੁਣ ਇਸ ਵੇਲੇ ਚੱਲਦੀਆਂ ਨਹੀਂ, ਬਹੁਤ ਘੱਟ ਆ, ਕਿਉਂਕਿ ਉਹ ਲਾਕਡਾਊਨ ਕਰਕੇ ਪੂਰੀ ਤਰ੍ਹਾਂ ਅਜੇ ਸੰਚਾਲਨ ਨਹੀਂ ਹੋਇਆ ਫਲਾਈਟਾਂ ਦਾ। ਉਸ ਦੇ ਸਮੇਂ ਨੂੰ ਯਾਦ ਕਰੀਏ ਤੇ ਹੁਣ ਦੇ ਸਮੇਂ ਨੂੰ ਯਾਦ ਕਰੀਏ ਤੇ ਦੁੱਗਣਾ ਕੰਮ ਹੈ। ਢਾਬੇ ਵਾਲਿਆਂ ਨੇ ਵੀ ਇਹ ਕੰਮ ਕੀਤਾ ਆ ਵੀ ਉਹ ਆਪਣੇ ਪੂਰੇ ਜਿਹਦੇ ਬੈਠਣ ਬੁੱਠਣ ਦਾ ਪ੍ਰਬੰਧ ਕਰਕੇ ਦੇ ਦਿੰਦੇ ਆ। ਕਈਆਂ ਦੇ ਕੀ ਬਹੁਤਿਆਂ ਨੇ ਆਪਣਾ ਖਾਣ ਪੀਣ ਦਾ ਸਮਾਨ ਆਪ ਹੀ ਲੈ ਕੇ ਆਏ ਹੁੰਦੇ ਪਿੱਛੋਂ, ਜੀ ਉੱਥੇ ਲਿਆ ਕੇ ਖੋਲ੍ਹ ਲੈਂਦੇ ਆਪਣਾ ਟਿਫਨ ਟੁਫਨ ਜੋ ਲੈਂਦਾ ਤਾਂ ਆਰਾਮ ਨਾਲ ਬਹਿ ਕੇ ਨਜ਼ਾਰੇ ਨਾਲ ਖਾ ਕੇ ਫਿਰ ਅੱਗੇ ਜਾਂਦੇ ਆ। ਸਾਰੇ ਰਸਤੇ ਦੇ ਵਿੱਚ ਹਰ 2 ਕਿਲੋਮੀਟਰ ਤੇ ਸਾਨੂੰ ਇੱਕ ਟਰਾਲੀ ਜ਼ਰੂਰ ਦਿਸੀ ਆ। ਜੀ ਮਤਲਬ ਕਹਿਣ ਦਾ ਵੀ ਜੇ ਆਪਾਂ ਕਹੀਏ ਰੋਜ਼ਾਨਾ ਦੀ ਇੰਨੀ ਦੁਨੀਆ ਜਾਂਦੀ ਆ ਉੱਥੇ, ਆਉਣ ਵਾਲੀ ਵੀ ਹੈਗੀ ਆ ਵੀ ਆਉਂਦੀ ਵੀ ਹੈ ਵਾਪਸ, ਇੱਦਾਂ ਨਹੀਂ ਵੀ ਨਹੀਂ ਆਉਂਦੀ ਆ, ਪਰ ਉਹਨਾਂ ਦੇ ਵਿੱਚ ਜੇ 3 ਟਰਾਲੀਆਂ ਆਉਂਦੀਆਂ ਤਾਂ 5 ਜਾਂਦੀਆਂ ਵੀ ਆ। ਜੀ ਜਾਣ ਦੀ ਦੁਗਣੀ ਗਿਣਤੀ ਆ ਤਾਂ ਆਉਣ ਵਾਲੀ ਗਿਣਤੀ ਘੱਟ ਆ। ਅਗਲੀ ਗੱਲ ਹੋਰ, ਸ਼ੰਭੂ ਬਾਰਡਰ ਕ੍ਰਾਸ ਕਰਕੇ ਸੋਨੀਪਤ ਤੱਕ ਸਾਨੂੰ ਕੋਈ ਪੁਲਿਸ ਵਾਲਾ ਨਹੀਂ ਦਿਸਿਆ। ਜੀ ਨਹੀਂ ਤਾਂ ਤੁਸੀਂ ਆਪ ਹੀ ਸੁਣਦੇ ਹੋਵੋਗੇ ਜਦੋਂ ਆਪਣੇ ਡਰਾਈਵਰ ਪੰਜਾਬ ਦੇ ਫਲਾਈਟਾਂ ਵਾਸਤੇ ਵਿਦੇਸ਼ੀ ਉਹਨੂੰ ਚੜਾਉਣ ਤੇ ਲੈਣ ਜਾਂਦੇ ਆ, ਜੀ ਥਾਂ ਤੇ ਰੋਕਾ ਲਾ ਕੇ ਉਹਨਾਂ ਨੂੰ ਉਹ ਪਰੇਸ਼ਾਨ ਕਰਦੇ ਆ ਵੀ ਡਰਾਈਵਰ ਕਹਿਣ ਲੱਗ ਪੈਂਦੇ ਆ ਵੀ ਬਹੁਤ ਬੁਰਾ ਹਾਲ ਆ। ਜੀ ਕਿਉਂਕਿ ਹਰ ਥਾਂ ਰੋਕਿਆ ਹੁੰਦਾ ਸੀ ਹਰਿਆਣਾ ਪੁਲਿਸ ਵਾਲਿਆਂ ਨੇ, ਪੰਜਾਬ ਦੀ ਗੱਡੀ ਦੇਖ ਕੇ ਤਾਂ ਆਡੇ ਰੋਕਦੇ ਸੀਗੇ। ਪਰ ਹੁਣ ਸਾਨੂੰ ਕਿਤੇ ਵੀ ਇੱਕ ਵੀ ਪੁਲਿਸ ਵਾਲਾ ਨਹੀਂ ਦਿਸਿਆ। ਟੋਲ ਪਲਾਜ਼ੇ ਚੱਲਦੇ ਆ ਹਰਿਆਣੇ ਦੇ, ਸ਼ੰਭੂ ਬਾਰਡਰ ਨਹੀਂ ਚੱਲਦਾ, ਹਰਿਆਣੇ ਵਾਲੇ ਸਾਰੇ ਚੱਲਦੇ ਆ, 3 ਆਉਂਦੇ ਟੋਲ ਪਲਾਜ਼ੇ ਵਾਲੇ। ਉਹਨਾਂ ਨੇ ਵੀ ਇੱਕ ਲਾਈਨ ਵੱਖਰੀ ਰੱਖੀ ਆ ਵੀ ਜਿਨ੍ਹਾਂ ਗੱਡੀਆਂ ਦੇ ਝੰਡਾ ਲੱਗਾ ਆ, ਜਿਹੜੇ ਸਿੰਘੂ ਬਾਰਡਰ ਦੇ ਚੱਲੇ ਆ ਜਾਂ ਉੱਥੋਂ ਆਏ ਆ, ਉਹ ਇਸ ਲਾਈਨ ਰਾਹੀਂ ਚੱਲ ਜਾਣ। ਕਿਸੇ ਨੂੰ ਨਹੀਂ ਪਤਾ ਮੇਰੇ ਵਰਗੇ ਨੂੰ, ਉਹ ਫਿਰ ਟੋਲ ਵਾਲੀ ਲਾਈਨ 'ਚ ਵੜ ਜਾਂਦਾ। ਜਦੋਂ ਉਸ ਟੋਲ ਵਾਲੀ ਲਾਈਨ ਤੇ ਜਾਂਦੇ ਆ ਤਾਂ ਫਿਰ ਉੱਥੇ ਜੇ ਉਹਨੂੰ ਇਸ਼ਾਰਾ ਕਰ ਦਈਏ ਵੀ ਭਾਈ ਅਸੀਂ ਸਿੰਘੂ ਬਾਰਡਰ ਚੱਲੇ ਆ, ਤੇ ਉਹ ਫਿਰ ਜੇ ਤਾਂ ਝੰਡਾ ਲੱਗਾ ਦੇਖੂਗਾ ਤਾਂ ਫਿਰ ਤਾਂ ਆਪੇ ਬੈਰੀਅਰ ਖੋਲ ਦਿੰਦਾ ਡੰਡਾ ਜਿਹਾ, ਤੇ ਜੇ ਨਹੀਂ ਝੰਡਾ ਲੱਗਾ ਤਾਂ ਫਿਰ ਬਾਹਰ ਆ ਕੇ ਪੁੱਛੂਗਾ ਵੀ ਤੁਹਾਡਾ ਝੰਡਾ ਕਿੱਥੇ ਆ। ਅੱਛਾ ਜੀ। ਮਤਲਬ ਇਹ ਝੰਡੇ ਦੀ ਇੱਕ ਨਿਸ਼ਾਨੀ ਉਹਨਾਂ ਨੇ ਮੰਨ ਲਈ ਆ ਵੀ ਜੇ ਗੱਡੀ ਮੋਰੇ ਝੰਡਾ ਲੱਗਾ ਤੇ ਇਟ ਮੀਨਸ ਇਹ ਸਿੰਘੂ ਬਾਰਡਰ ਤੋਂ ਗਏ ਆ ਤੇ ਚੱਲੇ ਆ ਜਾਂ ਆ ਰਹੇ ਆ। ਜੀ ਸੋ ਫਿਰ ਕਈ ਵਾਰ ਉਹਨੂੰ ਕਹਿੰਦਾ ਯਾਰ ਝੰਡਾ ਤਾਂ ਸਾਡੇ ਕੋਲ ਹੈਗਾ, ਲਾਇਆ ਨਹੀਂ ਅਜੇ, ਚਲੋ ਕਹਿੰਦਾ ਯਾਰ ਆਉਣ ਲੱਗੇ ਲਾ ਲਿਓ। ਮਤਲਬ ਉਹਨਾਂ ਦੀ ਜਿਹੜੀ ਰਿਸਪੈਕਟ ਆ ਜਿਹੜਾ ਪੰਜਾਬ ਦੇ ਲੋਕਾਂ ਲਈ, ਪੰਜਾਬ ਦੇ ਕਿਸਾਨਾਂ ਲਈ, ਉਹ ਕਾਫੀ ਵੱਧ ਗਿਆ। ਮੈਂ ਤਾਂ ਇੱਕ ਥਾਂ ਪੜ੍ਹਿਆ ਵੀ ਸੀਗਾ ਅੱਜ ਵੀ ਉਹ ਕਹਿੰਦੇ ਵੀ
ਭਾਊ ਤੇ ਤਾਊ ਇਕੱਠੇ ਹੋ ਗਏ ਆ। ਜੀ ਭਾਊ ਮੀਨਸ ਜਿਹੜੇ ਸਾਡੇ ਮਾਝੇ ਦੇ ਮਝੈਲ, ਜੀ। ਤੇ ਉਧਰੋਂ ਤਾਊ ਤਾਂ ਹੈਗੇ ਹੀ ਆ। ਫਿਰ ਜਿਹੜਾ ਤਾਊ ਸਾਡਾ ਦੇਵੀ ਲਾਲ ਜ਼ਿਆਦਾ ਮਸ਼ਹੂਰ ਹੋਇਆ ਸੀ, ਉਹਨੂੰ ਤਾਊ ਕਿਹਾ ਜਾਂਦਾ ਸੀਗਾ। ਜੀ। ਉਹ ਭਾਊ ਤੇ ਤਾਊ ਇਕੱਠੇ ਹੋ ਗਏ ਆ। ਟਰਾਲੀਆਂ 'ਚ ਇੱਕੋ ਥਾਂ ਸੌਂਦੇ ਆ, ਇੱਕੋ ਥਾਂ ਬੈਠਦੇ ਆ, ਉੱਠਦੇ ਆ। ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਸਬਜ਼ੀ ਕੱਟ ਰਿਹਾ ਤੇ ਕੋਈ ਮਸਾਲਾ ਪਾ ਰਿਹਾ ਤੇ ਕੋਈ ਤੜਕਾ ਲਾ ਰਿਹਾ ਤੇ ਕੋਈ ਕੁਛ ਕੰਮ ਕਰ ਰਿਹਾ। ਉਹ ਸਾਰਿਆਂ ਦਾ ਰਲਾ ਕੇ ਉਹ ਫਿਰ ਨਾਲੇ ਵੀ ਕਹਿੰਦੇ ਆ ਧੰਨਵਾਦ ਆ ਮੋਦੀ ਸਾਹਿਬ ਤੁਹਾਡਾ। ਜੀ ਘੱਟੋ ਘੱਟ ਜਿਹੜੇ ਪੰਜਾਬ ਵੰਡ ਵੇਲੇ ਇਹ ਦੋਏ ਆਮੋ ਸਾਹਮਣੇ ਖੜੇ ਕਰਤੇ ਸੀਗੇ, ਪੰਜਾਬ ਤੇ ਹਰਿਆਣਾ। ਫਿਰ ਪਾਣੀਆਂ ਦੀ ਵੰਡ ਨੂੰ ਲੈ ਕੇ ਆਮੋ ਸਾਹਮਣੇ ਫੇਰ ਖੜੇ ਕਰਤੇ ਸੀਗੇ। ਉਹ ਜਿਹੜੀਆਂ ਤਕਰਾਰਾਂ ਸੀਗੀਆਂ, ਜਿਹੜਾ ਵਿਰੋਧ ਸੀਗਾ, ਉਹ ਇੱਕ ਕਿਸਮ ਦਾ ਖਤਮ ਕਰਕੇ ਹੁਣ ਤਾਂ ਜਫੀਆਂ ਪੈਂਦੀਆਂ ਉੱਥੇ ਜੀ। ਪੰਜਾਬ ਤੇ ਹਰਿਆਣੇ ਵਾਲਿਆਂ 'ਚ। ਤੁਸੀਂ ਗੱਲ ਕੀਤੀ ਤਾਊ ਦੇਵੀ ਲਾਲ ਦੀ, ਤੇ ਮੈਨੂੰ ਯਾਦ ਆਈ ਇੱਕ ਗੱਲ, ਹਾਲਾਂਕਿ ਉਹ ਬੜੀ ਪੁਰਾਣੀ ਗੱਲ ਆ। ਇੱਕ ਟਾਈਮ ਤੇ ਹਰਿਆਣੇ ਦੇ ਲਾਲ ਬੜੇ ਮਸ਼ਹੂਰ ਸੀ। ਬਿਲਕੁਲ ਬਿਲਕੁਲ। ਭਜਨ ਲਾਲ, ਦੇਵੀ ਲਾਲ ਜੀ ਜੀ ਜੀ। ਹੁਣ ਤੁਸੀਂ ਇੱਕ ਲਾਲ ਜੀ ਦੱਸੇ ਆ। ਜੀ ਜੀ ਜੀ। ਭਜਨ ਲਾਲ, ਦੇਵੀ ਲਾਲ ਤੇ ਬੰਸੀ ਲਾਲ, ਬੜੇ ਲਾਲ ਮਸ਼ਹੂਰ ਸੀ। 3 ਲਾਲ ਹੋਏ ਆ ਹਰਿਆਣੇ ਦੇ। ਇਹ ਗੱਲ ਮੈਂ ਕੱਲ ਇੱਕ ਬੁਲਾਰੇ ਤੋਂ ਵੀ ਸੁਣੀ ਸਟੇਜ ਤੇ, ਕਿ ਇਸ ਗੱਲ ਲਈ ਜਿਹੜੀ ਸਰਕਾਰ ਆ ਵਧਾਈ ਦੀ ਪਾਤਰ ਹੈ ਕਿ ਉਹਨੇ ਬਹੁਤ ਸਾਰੇ ਜਿਹੜੇ ਬਖਰੇਵੇਂ ਸੀ ਲੋਕਾਂ ਚੋਂ ਕੱਢ ਦਿੱਤੇ ਤੇ ਲੋਕਾਂ ਨੂੰ ਫਿਰ ਇਕਜੁੱਟ ਹੋਣ ਦਾ ਮੌਕਾ ਮਿਲਿਆ। ਬਿਲਕੁਲ ਜੀ। ਇਹ ਸਿਆਸਤ ਦਾ ਧੰਨਵਾਦ ਹੀ ਆ ਕਿ ਸਿਆਸਤ ਪਾੜਨ ਦਾ ਯਤਨ ਕਰਦੀ ਸੀ ਤੇ ਲੋਕ ਆਪ ਮੁਹਾਰੇ ਇਕੱਠੇ ਹੋ ਗਏ। ਬਿਲਕੁਲ ਜੀ, ਬਿਲਕੁਲ ਸਹੀ। ਤੇ ਅਗਲੀ ਚਰਚਾ ਫਿਰ ਕਰਦੇ ਹਾਂ ਜੀ। ਇੱਕ ਬ੍ਰੇਕ ਲੈ ਲਈਏ, ਮਿਲਦੇ ਹਾਂ ਜੀ ਇਸੇ ਪ੍ਰੋਗਰਾਮ ਵਿੱਚ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਵਿਚਾਰ ਚਰਚਾ, ਤੇ ਵਾਪਸੀ ਕਰਦੇ ਹਾਂ ਬ੍ਰੇਕ ਤੋਂ ਬਾਅਦ। ਤੇ ਸ਼ੇਰਗਿੱਲ ਸਾਹਿਬ ਤੋਂ ਲੈਂਦੇ ਹਾਂ ਅਗਲੀ ਰਿਪੋਰਟ। ਸ਼ੇਰਗਿੱਲ ਸਾਹਿਬ, ਇਹ ਤਾਂ ਦੋ ਤੁਸੀਂ ਜਿਹੜੇ ਨਾਕੇ ਸੀ, ਜਿਹੜੇ ਬੈਰੀਕੇਡਸ ਆ, ਜਿੱਥੇ 2 ਜਗ੍ਹਾ ਤੇ ਅੰਦੋਲਨ ਚੱਲ ਰਿਹਾ ਮੇਨ, ਉਹ ਤੁਸੀਂ ਦੱਸਿਆ ਕਿ ਦੋਨਾਂ 'ਚ ਥੋੜ੍ਹਾ ਜਿਹਾ ਡਿਫਰੈਂਸ ਆ, ਕਿ ਕਿਤੇ ਭੀੜ ਜ਼ਿਆਦਾ ਹੈ ਤੇ ਕਿਤੇ ਡਿਸਿਪਲਿਨ ਜ਼ਿਆਦਾ ਹੈ ਤੇ ਕਿਤੇ ਕੁਝ ਸਿਸਟਮ ਦੀਆਂ ਡਿਫਰੈਂਸਿਸ ਹੈ ਨੇ, ਪਰ ਹੈ ਦੋਨੋਂ ਜਗ੍ਹਾ ਮਕਸਦ ਦੋਨਾਂ ਦਾ ਸਾਂਝਾ ਹੀ ਹੈ। ਬਿਲਕੁਲ ਜੀ, ਬਿਲਕੁਲ। ਇਸ ਤੋਂ ਇਲਾਵਾ ਜਿਹੜਾ ਕੱਲ ਇੱਕ ਰੋਡ ਬੰਦ ਕਰਨਾ ਸੀ, ਇੱਕ ਵੱਡਾ ਸ਼ਾਹਰਾਹ ਹੋਰ ਬੰਦ ਕਰਨਾ ਸੀ, ਦਿੱਲੀ ਆਗਰਾ। ਜੀ। ਉਹ ਦਿੱਲੀ ਜੈਪੁਰ ਵਾਲਾ ਸੀਗਾ, ਕਰਨਾ ਸੀ, ਕਰ ਵੀ ਦਿੱਤਾ ਸੀ ਉਹਨਾਂ ਨੇ, ਪਰ ਉਹਨਾਂ ਨੂੰ ਅਗਲੇ ਦਿਨ ਹੀ ਉਹ ਦਿੱਲੀ ਪੁਲਿਸ ਵਾਲੇ ਨੇ ਖੁਲਾ ਲਿਆ ਜ਼ੋਰ ਜ਼ਬਰਦਸਤੀ ਕਰਕੇ। ਦੇਖੋ, ਪੁਲਿਸ ਨੇ ਤਾਂ ਜ਼ੋਰ ਜ਼ਬਰਦਸਤੀ ਕਰਨਾ ਹੁੰਦਾ। ਹਰਿਆਣਾ ਲੰਘਣ ਵੇਲੇ ਹਰਿਆਣੇ ਪੁਲਿਸ ਨੇ ਕਿਹੜਾ ਘੱਟ ਕੀਤੀ ਸੀ ਜੀ ਪੰਜਾਬ ਦੇ ਕਿਸਾਨਾਂ ਨਾਲ, ਤੇ ਉਹ ਆਪਣੇ ਮੰਜ਼ਿਲ ਤੱਕ ਪਹੁੰਚਣ ਤੇ ਕਾਮਯਾਬ ਹੋ ਗਏ ਆ। ਮੈਂ ਉੱਥੋਂ ਦੀ ਥੋੜ੍ਹੀ ਜਿਹੀ ਗੱਲ ਦੱਸਾਂ ਵੀ ਉੱਥੇ ਇੱਕ ਤਾਂ ਐਤਵਾਰ ਵਾਲਾ ਦਿਨ ਸੀਗਾ ਜੀ, ਤੇ ਐਤਵਾਰ ਵਾਲੇ ਦਿਨ ਉੱਥੇ ਇੰਨੀ ਕੁ ਭੀੜ ਸੀਗੀ, ਇੰਨੇ ਕੁ ਲੋਕਾਂ ਦਾ ਇਕੱਠ ਸੀਗਾ ਵੀ ਉੱਥੇ ਤੁਸੀਂ ਆਮ ਕਹਿੰਦੇ ਸੁਣਿਆ ਹੋਊਗਾ ਵੀ ਮੋਢੇ ਨਾਲ ਮੋਢਾ ਲੱਗਦਾ ਸੀ ਜੀ। ਇੰਨਾ ਜਿਹੜਾ ਜਮਾਵੜਾ ਸੀ, ਉਹ ਕਿਸੇ ਵੱਡੇ ਮੇਲੇ ਦੇ ਰੂਪ ਤੋਂ ਘੱਟ ਨਹੀਂ ਸੀ, ਜੋ ਹਿਸਾਬ ਦਾ ਮੈਂ ਦੇਖਿਆ ਉੱਥੇ ਜੀ। ਪਲੱਸ ਆਪਾਂ ਕਿਸਾਨਾਂ ਦੀ ਜੇ ਗੱਲ ਕਰੀਏ ਤੇ ਫਿਰ ਵੀ ਦਿਆਨਤਦਾਰੀ ਦਿਖਾਲ ਜਾਂਦੇ ਆ। ਜਿਵੇਂ ਸ਼ੁਰੂ ਤੋਂ ਹੀ ਇਹਨਾਂ ਨੇ ਕਿਹਾ ਸੀ ਨਾ ਵੀ ਅਸੀਂ ਦਿੱਲੀ ਦਿਓਂ ਚਫੇਰਿਓਂ ਘੇਰ ਲਾਂਗੇ, ਦਿੱਲੀ ਦੇ ਚਾਰੇ ਪਾਸਿਓਂ ਨਾਸਾਂ ਬੰਦ ਕਰ ਦਿਆਂਗੇ, ਪਰ ਉਹਦੇ ਵਿੱਚ ਇਹਨਾਂ ਨੇ ਜਿਹੜੀ ਮੈਨੂੰ ਦੇਖਣ 'ਚ ਲੱਗੀ ਆ ਉਹ ਇਹ ਆ ਵੀ ਐਂਟਰੀ ਪੁਆਇੰਟ ਜ਼ਰੂਰ ਬੰਦ ਕੀਤੇ ਇਹਨਾਂ ਨੇ, ਪਰ ਅੰਦਰ ਖਾਤੇ ਜਿਹੜੇ ਪਿੰਡਾਂ ਵਿੱਚ ਦੀ ਹੋ ਕੇ, ਮੁਹੱਲਿਆਂ ਵਿੱਚ ਦੀ ਹੋ ਕੇ ਰਸਤੇ ਜਿਹੜੇ ਜਾਂਦੇ ਆ ਇੱਕ ਦੂਜੇ ਦੇ, ਉਹ ਚਾਲੂ ਆ ਜੇ ਵੀ, ਉਹ ਚੱਲਦੇ ਪਏ ਆ। ਉੱਥੋਂ ਕਾਰਾਂ ਵੀ ਲੰਘਦੀਆਂ, ਉੱਥੋਂ ਟਰੱਕ ਵੀ, ਟਰਾਲੇ ਵੀ, ਸਾਰਾ ਕੁਝ ਲੰਘਦਾ। ਉਹ ਕਿਸਾਨਾਂ ਦੇ ਇਹ ਹੱਕ 'ਚ ਜਾਂਦੀ ਗੱਲ। ਉਹਨਾਂ ਦਾ ਮਕਸਦ ਸਿਰਫ ਤੇ ਸਿਰਫ ਸਰਕਾਰ ਤੇ ਦਬਾਅ ਪਾਉਣਾ ਜੀ, ਤਾਂ ਕਿ ਸਾਡੇ ਜਿਹੜੇ ਕਾਲੇ ਕਾਨੂੰਨ ਬਣਾਏ ਆ ਇਹ ਰੱਦ ਕਰੇ। ਉਹ ਬਿਲਕੁਲ ਆਮ ਜਨਤਾ ਨੂੰ ਪਰੇਸ਼ਾਨ ਕਰਨ ਦੀ ਉਹਨਾਂ ਦੇ ਵਿੱਚ ਕੋਈ ਮਨਸ਼ਾ ਨਹੀਂ ਆ, ਜੋ ਇਸ ਤੋਂ ਸਾਫ਼ ਜ਼ਾਹਰ ਹੁੰਦੀ ਆ। ਨਹੀਂ ਤਾਂ ਕੀ ਹੁੰਦਾ ਆ, ਜਦੋਂ ਆਪਾਂ ਕਿਤੇ ਵੀ ਪੰਜਾਬ ਦੇ ਵਿੱਚ ਬੰਦ ਦਾ ਆਪਾਂ ਸੱਦਾ ਦੇਖਦੇ ਆ, ਕੋਈ ਦਿੱਤਾ ਹੁੰਦਾ ਨਾ, ਕਿਤੇ ਆਪਾਂ ਮਹਿਸੂਸ ਕੀ ਆਪਾਂ ਇਹ ਤਜਰਬਾ ਵੀ ਕੀਤਾ ਆ ਜੀ। ਉਹਨਾਂ ਨੇ ਹਰ ਛੋਟੇ ਬੜੇ ਰੋਡ ਵੀ ਬੰਦ ਕੀਤੇ ਹੁੰਦੇ ਸੀ। ਕੋਈ ਬੰਦਾ ਲੰਘ ਜਾਵੇ ਕਿੱਦਾਂ ਜੀ, ਉਹ ਆਪਾਂ ਦੇਖਿਆ ਪਿਛਲੇ ਸਮੇਂ ਦੇ ਵਿੱਚ। ਜੇ ਆਪਾਂ ਹਾਈਵੇ ਬੰਦ ਆ ਨਾ, ਤੇ ਕਈ ਵਾਰੀ ਆਪਾਂ ਨੂੰ ਹੁੰਦਾ ਵੀ ਚੱਲ ਯਾਰ ਜਿਨ੍ਹਾਂ ਨੇ ਕੰਮਾਂ ਕਾਰਾਂ ਨੇ ਜਾਣਾ ਆ, ਜਿਨ੍ਹਾਂ ਤੇ ਮਜਬੂਰੀ ਉਹ ਨਹੀਂ ਰਹਿ ਸਕਦੇ, ਡਿਊਟੀ ਵੀ ਡਿਊਟੀ ਹੁੰਦੀ ਆ, ਉਹਨਾਂ ਨੇ ਦੇਖਣਾ ਵੀ ਯਾਰ ਛੋਟੇ ਰਸਤੇ ਆ ਦੇਖ ਲੈਂਦੇ ਆ, ਜਾਂ ਪਿੰਡਾਂ ਵਿੱਚ ਦੀ ਹੋ ਜਾਂਦੇ ਆ। ਉਹ ਪਿੰਡਾਂ ਵਾਲੇ ਵੀ ਉਹਨਾਂ ਨੇ ਬਲੌਕ ਕੀਤੇ ਹੁੰਦੇ ਆ, ਪਰ ਦਿੱਲੀ ਵਿੱਚ ਐ ਨਹੀਂ ਹੈਗਾ। ਦੇਖੋ ਹੁਣ ਜਿੱਥੇ ਤਾਂ ਆ ਕੇ ਖੜ੍ਹਦੇ ਆ ਆਪਾਂ, ਮੇਨ ਜਿੱਥੇ ਲਾਸਟ ਸਾਨੂੰ ਪੁਲਿਸ ਲੱਭੀ ਆ, ਉਹ ਸੋਨੀਪਤ ਦੇ ਬਾਰਡਰ ਤੇ, ਸਿੰਘੂ ਬਾਰਡਰ ਤੋਂ 10-15 ਕਿਲੋਮੀਟਰ ਪਿੱਛੇ ਜੀ। ਉੱਥੇ ਵੀ ਉਹ ਰੋਕਦੇ ਨਹੀਂ ਕਿਸਾਨਾਂ ਨੂੰ। ਜੇ ਤੁਸੀਂ ਕਹੋ ਨਾ ਵੀ ਅਸੀਂ ਤਾਂ ਬਾਰਡਰ ਤੇ ਜਾਣਾ ਜੀ ਮੋਰਚੇ ਤੇ, ਤਾਂ ਫਿਰ ਉਹ ਜਾ ਲੈਣ ਦਿੰਦੇ ਆ। ਅਗਲੀ ਗੱਲ, ਉਹ ਰੋਕਦੇ ਕਿਉਂ ਆ ਬਈ ਅੱਗੇ ਭਾਈ ਜਾਮ ਬਹੁਤ ਲੱਗਾ ਆ, ਭੀੜ ਬਹੁਤ ਆ, ਫਸ ਜਾਓਗੇ। ਤੇ ਜੇ ਤਾਂ ਸਥਾਨਕ ਲੋਕ ਆ ਉੱਥੋਂ ਦੇ, ਉਹਨਾਂ ਨੂੰ ਤਾਂ ਪਤਾ ਰਸਤਿਆਂ ਦਾ, ਉਹ ਫਿਰ ਆਪੇ ਇੱਧਰ ਉੱਧਰ ਹੋ ਕੇ ਨਿਕਲ ਜਾਂਦੇ ਆ। ਉਹਨਾਂ ਨੂੰ ਰਸਤਾ ਹੈਗਾ, ਉਹ ਕੰਮਾਂ ਕਾਰਾਂ ਨੂੰ ਜਾਂਦੇ, ਸਾਰਾ ਕੁਝ ਚੱਲਦਾ। ਜਿਹੜੇ ਕਿਸਾਨ ਆ ਫਿਰ ਰੌਂਗ ਸਾਈਡ ਹੋ ਕੇ ਕੁਛ ਹੱਦ ਤੱਕ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਆ, ਫਸ ਉਹ ਵੀ ਜਾਂਦੇ ਉੱਥੇ, ਕਿਉਂਕਿ ਟਰਾਲੀਆਂ ਹੀ ਇੰਨੀਆਂ ਕੁ ਉੱਥੇ ਇਕੱਠੀਆਂ ਹੋ ਗਈਆਂ। ਬਈ ਮੈਂ ਤਾਂ ਇੱਕ ਵਾਰੀ ਸੋਚਦਾ ਸੀਗਾ, ਮੰਨ ਲਓ ਵੀ ਜੇ ਕਿਤੇ ਮੋਦੀ ਸਰਕਾਰ ਦੇ ਮਨ ਸਮੱਤ ਪੈ ਜਾਏ ਵੀ ਹਾਂ ਵੀ ਮੈਂ ਕਿਸਾਨਾਂ ਦੀ ਗੱਲ ਮੰਨ ਲੈਣਾ, ਤੇ ਜੇ ਕਿਤੇ ਅਜੇ ਐਲਾਨ ਕਰ ਦੇਵੇ ਲਓ ਜੀ ਤੁਹਾਡੇ ਕਾਨੂੰਨ ਸਭ ਵਾਪਸ ਲੈ ਲਏ, ਤੇ ਦੁਨੀਆ ਆਊਗੀ ਕਿੱਦਾਂ? ਹਫਤਾ ਲਾਵਾਂਗੇ ਉੱਥੇ, ਬਹੁਤ ਔਖਾ।
ਜੀ ਬਹੁਤ ਔਖਾ ਹੋਣਾ। ਜਿੰਨਾ ਜਾਣਾ ਸੌਖਾ ਰਿਹਾ ਇਹਨਾਂ ਨੂੰ ਨਾ, ਉਨਾ ਹੁਣ ਜੇ ਕਿਤੇ ਉਹਦੇ ਖੜੇ ਪੈਰ ਐਨ ਕਹਿ ਦੇਣ ਵੀ ਹਾਂ ਵੀ ਤੁਸੀਂ ਮੁੜ ਜਾਓ ਪਿੱਛੇ ਨੂੰ, ਅੰਦੋਲਨ ਖਤਮ ਕਰੋ, ਤਾਂ ਮੈਂ ਤੁਹਾਡੇ ਸਾਰੀਆਂ ਮੰਗਾਂ ਮੰਨ ਲਈਆਂ। ਵੀ ਉਹਨਾਂ ਦਾ ਮੁੜਨਾ ਮੈਂ ਸੋਚ ਕੇ ਹੈਰਾਨ ਹੋ ਰਿਹਾ ਸੀ ਵੀ ਵਾਪਸ ਕਿੱਦਾਂ ਆਉਣਗੇ। ਘੱਟੋ ਘੱਟ ਉਹਨਾਂ ਨੂੰ 8-10 ਦਿਨ ਲੱਗ ਜਾਣਗੇ ਆਉਂਦਿਆਂ ਨੂੰ। ਮਤਲਬ ਇੰਨਾ ਕੁ ਜਿਹੜਾ ਇਕੱਠ ਜਿਹੜਾ ਆ, ਕਈਆਂ ਨੇ ਤਾਂ ਮੋਟਰਸਾਈਕਲ ਹੀ ਭਜਾਇਓ ਆ, ਬੁਲਟ ਤੇ ਫਿਰਦੇ ਆ, ਕੋਈ ਸਪਲੈਂਡਰ ਆ, ਛੋਟੇ ਮੋਟੇ ਵੱਡੇ ਮੋਟਰਸਾਈਕਲ, ਸਾਰਿਆਂ ਤੇ ਜਿਹਨੂੰ ਜਿੱਦਾਂ ਦਾ ਸਾਧਨ ਮਿਲਿਆ ਜੀ ਉਹ ਗਿਆ ਹੋਇਆ ਹੈ ਜੀ। ਗੱਲ ਆਉਂਦੀ ਆ ਸਟੇਜ ਦੇ ਉੱਤੇ ਸਟੇਜ ਦੇ ਉੱਤੇ ਵੀ ਬੁਲਾਰੇ ਉਹਨਾਂ ਨੇ ਇਹੋ ਜਿਹੇ ਚੁਣ ਕੇ ਰੱਖੇ ਹੁੰਦੇ ਆ ਜਿਹੜੇ ਕਿ ਉੱਥੇ ਤਕਰੀਰਾਂ ਇੱਦਾਂ ਦੀਆਂ ਕਰਦੇ ਆ, ਆਪਣੇ ਆਪ ਬੈਠਾ ਜਿਹੜਾ ਬੰਦਾ ਮੂਹਰੇ ਕਿਸਾਨ ਜੋਸ਼ ਨਾਲ ਭਰ ਜਾਂਦਾ ਜੀ। ਥੋੜਾ ਸਮਾਂ ਮੈਨੂੰ ਵੀ ਸੁਣਨ ਦਾ ਮੌਕਾ ਮਿਲਿਆ, ਉੱਥੇ ਇੱਕ 85 ਸਾਲ ਦਾ ਹਰਿਆਣੇ ਦਾ ਬਜ਼ੁਰਗ ਕਿਸਾਨ ਸੀ ਜੀ। ਜਦੋਂ ਉਹ ਬੋਲਣਾ ਸ਼ੁਰੂ ਕੀਤਾ ਨਾ, ਤਾਂ ਥੱਲੇ ਬੈਠੇ ਜਿਹੜੇ ਉਹਨਾਂ ਤੋਂ ਘੱਟ ਉਮਰ ਵਾਲੇ ਪੰਜਾਬ ਦੇ ਕਿਸਾਨ ਸੀਗੇ, ਉਹ ਵੀ ਦੇਖ ਹੈਰਾਨ ਸੀਗੇ ਵੀ ਯਾਰ 85 ਸਾਲ ਵਾਲਾ ਦਾ ਉਮਰ ਤਾਂ ਕਹਿਤੀ ਆ, ਵੀ ਜਿਹੜੀ ਬੋਲ ਆ ਬੰਦੇ ਦੇ ਉਹ 85 ਸਾਲ ਵਾਲੇ ਤਾਂ ਲੱਗਦੇ ਨਹੀਂ, ਉਹ ਤਾਂ ਘੱਟ ਉਮਰ ਵਾਲੇ ਲੱਗਦੇ ਆ। ਫਿਰ ਉਹਨੂੰ ਉਤਰਦਿਆਂ ਕਈਆਂ ਨੇ ਪੁੱਛਿਆ ਵੀ ਆ ਸਾਹਿਬ ਜੀ ਆਪਨੇ BA ਕਬ ਕੀ ਥੀ? ਅੱਛਾ ਕਿਹਾ ਮੈਂ ਗ੍ਰੈਜੂਏਟ ਕੀਤਾ ਆ। BA ਕਬ ਕੀ ਥੀ? ਉਹਨੂੰ ਸਾਲ ਪੁੱਛਦੇ ਆ। ਮੈਂ ਆਪ ਸੁਣਿਆ ਉਹਨਾਂ ਤੋਂ ਉਹਨੂੰ ਸਾਲ ਪੁੱਛਦੇ ਆ ਵੀ 85 ਸਾਲ ਗਿਣ ਵੀ ਲਈਏ ਹੋਏਗੇ ਵੀ ਇਹਦੇ ਕਿ ਨਹੀਂ, ਜਿਸ ਤਰੀਕੇ ਨਾਲ ਤਕਰੀਰ ਕਰਕੇ ਆਇਆ। ਸੋ ਉੱਥੇ ਜਦੋਂ ਮੰਚ ਤੇ ਚੜ੍ਹਦਾ ਬੰਦਾ, ਉਹ ਆਪ ਤਾਂ ਜੋਸ਼ ਨਾਲ ਭਰਿਆ ਹੁੰਦਾ, ਆਪਣੇ ਵਲਵਲੇ ਉਹਨੇ ਸਾਰੇ ਕਿਸਾਨਾਂ ਨੂੰ ਦੱਸਣੇ ਹੁੰਦੇ ਆ, ਪਰ ਜਿਹੜਾ ਮੂਹਰੇ ਸੁਣਦਾ ਨਾ ਉਹ ਵੈਸੇ ਜਕਾਰਿਆਂ ਦੇ ਵਿੱਚ ਜੋਸ਼ 'ਚ ਆ ਜਾਂਦਾ ਵੀ ਉਹ ਕਹਿੰਦਾ ਵੀ ਹੁਣ ਇਹਨੂੰ ਬੰਦ ਨਾ ਕਰੋ, ਚੱਲਦੇ ਰਹਿਣ ਦਿਓ। ਪਰ ਸਮੇਂ ਦੀ ਘਾਟ ਹੁੰਦੀ ਆ, ਬੁਲਾਰੇ ਸਾਰੇ ਨਿਪਟਾਉਣੇ ਹੁੰਦੇ ਆ। ਫਿਰ ਉਸ ਤੋਂ ਬਾਅਦ ਜਦੋਂ ਉੱਥੋਂ ਘੁੰਮ ਕੇ ਦੇਖਦੇ ਆ ਆਲਾ ਦੁਆਲਾ, ਉੱਥੇ ਇੰਨੇ ਕੁ ਤਰ੍ਹਾਂ ਦੇ ਪਕਵਾਨ ਆ ਵੀ ਤੁਹਾਡੇ ਤੋਂ ਸਾਰਾ ਦਿਨ ਨਹੀਂ ਖਾਏ ਜਾ ਸਕਦੇ। ਅੱਛਾ ਜੀ। ਬਹੁਤ ਤਰ੍ਹਾਂ ਦੇ ਪਕਵਾਨ ਬਣਾਏ ਹੋਗਾ। ਕੋਈ ਤਾਂ ਉੱਥੇ ਮਿੱਸੀ ਰੋਟੀ ਦੇ ਰਿਹਾ ਸਾਗ ਦੇ ਨਾਲ, ਕੋਈ ਉੱਥੇ ਜਿਹੜੀ ਮਿੱਸੀ ਰੋਟੀ ਚਾਹ ਨਾਲ ਹੀ ਛਕਾ ਰਿਹਾ ਵੀ ਇੰਨੀ ਸਵਾਦ ਆ ਵੀ ਲੋਕੀ ਕਹਿੰਦੇ ਵੀ ਖਾਈ ਜਾਓ ਖਾਈ ਜਾਓ। ਅੱਛਾ ਜੀ। ਕਹਿਣ ਤੋਂ ਭਾਵ ਮੈਂ ਪਿਛਲੀ ਵਾਰੀ ਵੀ ਕਿਹਾ ਸੀਗਾ ਵੀ ਬੰਦਾ ਉੱਥੋਂ ਜਦੋਂ ਮੁੜ ਕੇ ਆਇਆ ਤੇ ਉਹਨੂੰ ਘਰ ਦੀ ਚਾਹ ਸਵਾਦ ਨਹੀਂ ਲੱਗੀ। ਉਹ ਗੱਲ ਹੈ ਵੀ ਉੱਥੇ ਜਦੋਂ ਇਹੋ ਜਿਹੇ ਪਕਵਾਨ ਖਾ ਕੇ ਆਉਂਦੇ ਆ ਤਾਂ ਫਿਰ ਆਪੇ ਬੰਦੇ ਦਾ ਥੋੜਾ ਜਿਹਾ ਟੇਸਟ ਬਦਲ ਜਾਂਦਾ ਜੀ। ਪਿੰਨੀਆਂ ਚਾਹੇ ਖੋਏ ਦੀਆਂ ਚਾਹੇ ਅਲਸੀ ਦੀਆਂ, ਸਾਨੂੰ ਵੀ ਮੌਕਾ ਮਿਲਿਆ, ਅਸੀਂ ਵੀ ਛਕ ਲਈਆਂ ਕੁਛ। ਤੇ ਉਹ ਤੋਂ ਬਾਅਦ ਦੇਖਿਆ ਜਾਵੇ ਤਾਂ ਖਾਲਸਾ ਏਡ ਵਾਲਿਆਂ ਦਾ ਉਹਨਾਂ ਨੇ ਉੱਥੇ ਇੱਕ ਹੋਰ ਆ, ਡਾਕਟਰਾਂ ਦਾ ਕੈਂਪ ਤਾਂ ਲੱਗਾ ਹੋਇਆ ਆ, ਦੰਦਾਂ ਵਾਲੇ ਡਾਕਟਰਾਂ ਨੇ ਵੀ ਲਾਇਆ ਹੋਇਆ ਕੈਂਪ ਉੱਥੇ। ਅੱਛਾ ਜੀ। ਆਮ ਜਿਹੜੇ ਪਿੰਡਾਂ ਦੇ ਬਜ਼ੁਰਗਾਂ ਨੂੰ ਸਮੱਸਿਆ ਦੰਦਾਂ ਦੀ ਬਹੁਤ ਹੁੰਦੀ ਆ, ਤਾਂ ਉਹ ਕਿਸੇ ਦੇ ਮਨ 'ਚ ਆਇਆ ਹੋਊਗਾ ਵੀ ਇੱਥੇ ਜਿਹੜੇ ਬਜ਼ੁਰਗ ਆਏ ਆ, ਜੇ ਕਿਤੇ ਉਹਨਾਂ ਦੇ ਦੰਦਾਂ ਦੇ ਵਿੱਚ ਕੋਈ ਐਸੀ ਸਮੱਸਿਆ ਆ ਜਾਏ, ਪੀੜ ਹੋਣ ਲੱਗ ਪਏ, ਤਾਂ ਉਹਦਾ ਫਿਰ ਇਲਾਜ ਕਿੱਥੇ ਆ। ਸੋ ਉਹਨਾਂ ਨੇ ਉੱਥੇ ਦੰਦਾਂ ਵਾਲੇ ਡਾਕਟਰ ਲਈ ਜਾ ਕੇ ਬਿਠਾ ਲਏ। ਕੀ ਬਾਤ ਹੈ। ਆਪਣੇ ਆਪ ਜੋ ਤਰਕੀਬ ਹੈ ਸਾਰੀ ਇਹ ਵੀ ਕਿਸ ਤਰੀਕੇ ਨਾਲ ਕਿਹੜੀ ਚੀਜ਼ ਉੱਥੇ ਲੋੜ ਆ। ਜਿੱਦਾਂ ਆਪਾਂ ਪਹਿਲਾਂ ਦੱਸਿਆ ਸੀ ਵੀ ਖਾਲਸਾ ਏਡ ਵਾਲਿਆਂ ਨੇ ਉੱਥੇ ਕਸ਼ਹਿਰੇ ਹੀ ਲਾਤੇ ਸੀ ਸਟਾਲਾਂ 'ਤੇ, ਕੰਘੇ, ਟੂਥਬਰੱਸ਼, ਜੋ ਜਿਹੜੀ ਬੁਨਿਆਦੀ ਚੀਜ਼ਾਂ ਆ, ਬਨਾਨਾ ਆ, ਹੋਰ ਚੀਜ਼ਾਂ, ਉਹ ਸਾਰੀਆਂ ਲਾਤੀਆਂ ਸੀ ਉੱਥੇ। ਫਿਰ ਤਾਂ ਉਸ ਤੋਂ ਬਾਅਦ ਉਹਨਾਂ ਨੇ ਤਾਂ ਮਸਾਜ ਦੀਆਂ ਮਸ਼ੀਨਾਂ ਲਾਤੀਆਂ ਵੀ ਜਿਹੜੇ ਬਜ਼ੁਰਗ ਆ ਸਾਰਾ ਦਿਨ ਥੱਕ ਟੁੱਟ ਕੇ ਆਉਂਦੇ ਆ, ਘੱਟੋ ਘੱਟ ਉਹਨਾਂ ਨੂੰ ਤਰੋ ਤਾਜ਼ਾ ਤਾਂ ਹੋਣਗੇ, ਪੈਰਾਂ ਦੀ ਮਾਲਿਸ਼ ਹੋਊਗੀ, ਗੋਡਿਆਂ ਦੀ ਮਾਲਿਸ਼ ਹੋਊਗੀ। ਇਸ ਤਰੀਕੇ ਨਾਲ ਉੱਥੇ ਸਾਰਾ ਜਿਹੜਾ ਮਾਹੌਲ ਆ ਉਹ ਲੱਗਦਾ ਨਹੀਂ ਵੀ ਤੁਸੀਂ ਪੰਜਾਬ ਤੋਂ 300-350 ਕਿਲੋਮੀਟਰ ਤੁਰ ਕੇ ਗਏ, ਤੁਸੀਂ ਇੱਦਾਂ ਲੱਗਦਾ ਜਿੱਦਾਂ ਘਰੇ ਬੈਠੇ ਆ ਜੀ। ਸੋ ਇਹੋ ਜਿਹਾ ਦ੍ਰਿਸ਼ ਉੱਥੇ ਪੇਸ਼ ਕੀਤਾ ਹੋਇਆ। ਜੇ ਹੁਣ ਵੀ ਸਰਕਾਰ ਨਾ ਮੰਨੇ ਤੇ ਫਿਰ ਸਰਕਾਰ ਦੇ ਵੱਸ ਦੀ ਗੱਲ, ਹੁਣ ਮੈਂ ਕੀ ਕਹਿ ਸਕਦਾ ਉਹਨਾਂ ਨੂੰ। ਜੋ ਦ੍ਰਿਸ਼ ਉੱਥੇ ਜੇ ਆ ਕੇ ਪਹਿਲੀ ਗੱਲ ਤਾਂ ਇਹ ਵੀ ਉਹਨਾਂ ਨੇ ਬੰਦੇ ਛੱਡੇ ਹੋਣੇ ਉੱਥੇ ਦੇਖਣ ਨੂੰ, ਕੌਣ ਕੀ ਬੋਲਦਾ ਕੌਣ ਨਹੀਂ ਬੋਲਦਾ, ਉਹ ਸਾਰਾ ਕੁਝ ਉਹਨਾਂ ਦੇ ਧਿਆਨ 'ਚ ਹੀ ਹੋਣਾ ਆ। ਪਰ ਸਰਕਾਰ ਨੂੰ ਉੱਥੋਂ ਦੇ ਜਿਹੜੇ ਕਿਸਾਨਾਂ ਦਾ ਜਜ਼ਬਾ ਜੋਸ਼ ਦੇਖਣਾ ਬਣਦਾ ਆ। ਦੇਖੋ ਨੌਜਵਾਨਾਂ ਦੀ ਗੱਲ ਆਪਾਂ ਕਰਦੇ ਹਾਂ, ਨੌਜਵਾਨਾਂ ਨੂੰ ਇੱਥੇ ਕਿਤੇ ਵੀ ਖੜੇ ਕਰਕੇ ਤੁਸੀਂ ਦੇਖ ਲਓ ਸੜਕ ਦੇ ਉੱਤੇ ਵੀ ਯਾਰ ਥੋੜ੍ਹਾ ਜਿਹਾ ਟ੍ਰੈਫਿਕ ਮੈਨੇਜ ਕਰ ਦੇਈਂ, ਨਹੀਂ ਖੜਾ ਹੋਊਗਾ। ਉੱਥੇ 11 ਵਜੇ ਤੋਂ ਬਾਅਦ ਰੋਡ ਦੇ ਉੱਤੇ ਇੱਦਾਂ ਖੜ ਜਾਂਦੇ ਆ ਨਾ ਮੁੰਡੇ ਆਪਣੇ ਪੰਜਾਬ ਦੇ, ਵੀ ਉਹ ਕੱਲੀ ਲਾਈਨ ਰੱਖਦੇ ਆ ਵੀ ਤਾਂ ਕਿ 2-3 ਲਾਈਨਾਂ ਨਾ ਹੋਣ, ਜਾਮ ਨਾ ਲੱਗੇ। ਔਰ ਉਹ ਕੱਲੇ ਮੂਹਰੇ ਹੋ ਕੇ ਹਰੇਕ ਨੂੰ ਗੱਡੀ ਨੂੰ ਆਪ ਦੇਖ ਕੇ ਲੰਘਾਉਂਦੇ ਆ। ਕੋਈ ਪੁਲਿਸ ਵਾਲਾ ਨਹੀਂ ਮੈਨੇਜ ਕਰਦਾ, ਕੋਈ ਕੁਛ ਨਹੀਂ ਕਰਦਾ, ਮੈਨੇਜ ਸਾਰੀ ਟ੍ਰੈਫਿਕ ਜਿਹੜੀ ਆ ਉਹ ਨੌਜਵਾਨ ਕਰਦੇ ਆ ਜੀ। ਪਹਿਲਾਂ ਸਫਾਈ ਦਾ ਵੀ ਰੌਲਾ ਪੈਂਦਾ ਸੀ ਵੀ ਉੱਥੇ ਗੰਦਗੀ ਬਹੁਤ ਫੈਲ ਗਈ ਆ, ਉਹ ਸਫਾਈ ਦਾ ਕੰਮ ਵੀ ਇਹਨਾਂ ਨੇ ਆਪਣੇ ਗਰੁੱਪ ਨੇ ਹੀ ਇਕੱਠੇ ਹੋ ਕੇ ਹੁਣ ਇਸ ਵੇਲੇ ਉੱਥੇ ਕਹਿੰਦੇ ਵੀ ਸਫਾਈ ਦਾ ਪ੍ਰਬੰਧ ਬਹੁਤ ਵਧੀਆ ਕਰ ਦਿੱਤਾ। ਫਿਰ ਵੀ ਅਜੇ ਕਿਤੇ ਨਾ ਕਿਤੇ ਜਦੋਂ ਬੰਦਾ ਸੁੱਟੇ ਦਿੰਦਾ ਆ, ਪਰ ਸਫਾਈ ਦਾ ਪ੍ਰਬੰਧ ਵੀ ਉਹ ਆਪਣੇ ਹੱਥ 'ਚ ਲੈ ਲਿਆ ਜੀ। ਹੁਣ ਉੱਥੇ ਸਭ ਤੋਂ ਵੱਡੀ ਜਿਹੜੀ ਸਮੱਸਿਆ ਸੀ ਪਖਾਨਿਆਂ ਦੀ, ਹੁਣ ਕਈ ਢਾਬੇ ਜਿਹੜੇ ਖੋਲ੍ਹੇ ਵੀ ਆ ਉਹਨਾਂ ਨੇ ਤਾਂ ਆਪਣੇ ਪਖਾਨੇ ਇਹਨਾਂ ਨੂੰ ਦੇ ਦਿੱਤੇ ਵਰਤਣ ਲਈ, ਉੱਥੇ ਵੀ ਲਾਈਨਾਂ ਲੱਗੀਆਂ। ਸੋ ਸਮੱਸਿਆ ਉਹਨਾਂ ਨੂੰ ਬਹੁਤ ਵੱਡੀ ਤੋਂ ਵੱਡੀ ਹੈਗੀ ਉੱਥੇ, ਪਰ ਉਹਨਾਂ ਦਾ ਜਜ਼ਬਾ ਜਿਹੜਾ ਨਾ ਇਹਨਾਂ ਸਮੱਸਿਆਵਾਂ ਦੇ ਮੋਰੇ ਬਿਲਕੁਲ ਨਹੀਂ ਘਟਦਾ ਜੀ, ਉਹ ਵੱਧਦਾ ਹੀ ਜਾਂਦਾ ਦਿਨੋਂ ਦਿਨ। ਫਿਰ ਅਗਲੀ ਗੱਲ ਜਿਹੜੀ ਮੈਂ ਦੱਸੀ ਸੀ ਵੀ ਮੌਲ ਬੰਦ ਪਏ ਆ, ਮੌਲ ਬੰਦ ਹੋਣ ਦੇ ਨਾਲ ਉੱਥੇ ਜਿਹੜਾ ਕਾਰੋਬਾਰ ਆ, ਸ਼ੋਅਰੂਮ ਵਗੈਰਾ ਸਾਰਾ ਕੁਝ ਬੰਦ ਪਿਆ ਸੀਗਾ। ਇੱਕ ਤਾਂ ਕਰੋਨਾ ਕਾਲ ਲੰਘ ਕੇ ਗਿਆ, ਇੱਕ ਲਾਕਡਾਊਨ ਆ ਗਿਆ, ਸਾਰਾ ਕਾਰੋਬਾਰ ਠੱਪ ਸੀ। ਸਾਨੂੰ ਮੌਕਾ ਮਿਲਿਆ ਇੱਕ ਸ਼ੋਅਰੂਮ ਵਿੱਚ ਜਾਣ ਦਾ, ਉੱਥੇ ਉਹ ਬੰਦੇ ਕਹਿੰਦੇ ਆ ਵੀ ਸਾਡਾ ਤਾਂ ਕਾਰੋਬਾਰ ਹੀ ਇਹ ਨਾ ਪੰਜਾਬ ਦੇ ਕਿਸਾਨਾਂ ਨੇ ਚਲਾਤਾ। ਅਸੀਂ ਕਿਹਾ ਉਹ ਕਿੱਦਾਂ?
ਕਹਿੰਦੇ ਸਾਡੇ ਕੋਲ ਦੇਖੋ ਕਰੋਨਾ ਕਾਲ ਦਾ ਲੋਕਡਾਊਨ ਦਾ ਸਟਾਕ ਇੰਨਾ ਕੁ ਜਮ੍ਹਾਂ ਪਿਆ ਸੀ ਵੀ ਨਿਕਲਦਾ ਹੀ ਨਹੀਂ ਸੀਗਾ। ਜੀ ਤੇ ਇਹ ਕਹਿੰਦੇ ਪੰਜਾਬ ਦੇ ਕਿਸਾਨ ਆ ਵੀ ਧੰਨ ਜਿਗਰਾ ਇਹਨਾਂ ਦਾ, ਤੇ ਪ੍ਰਮਾਤਮਾ ਕਹਿੰਦੇ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ। ਸਾਡਾ ਕਹਿੰਦਾ ਕਾਰੋਬਾਰ ਇਦਾਂ ਚਲਾਤਾ ਵੀ ਰੋਜ਼ਾਨਾ ਦੀ ਸੇਲ ਸਾਡੀ ਵੱਧ ਗਈ। ਕਹਿੰਦੇ ਫੇਰ ਕੀ ਸਾਡੇ ਮਾਲਕ ਕਹਿੰਦੇ ਇਹਨੂੰ 50-60% ਡਿਸਕਾਊਂਟ ਤੇ ਦੇਈ ਜਾਓ। ਸੋ ਕਹਿਣ ਦਾ ਭਾਵ ਹੈ ਵੀ ਜੇ ਆਪਣਾ ਕਿਸਾਨਾਂ ਨੇ ਉੱਥੇ ਮੋਰਚਾ ਵੀ ਸੰਭਾਲਿਆ ਹੋਇਆ, ਸਰਕਾਰ ਨਾਲ ਆਡਾ ਵੀ ਲਿਆ ਹੋਇਆ, ਤੇ ਉੱਥੋਂ ਦੇ ਲੋਕਾਂ ਦੇ ਵਿੱਚ ਇਹੋ ਜਿਹੀ ਭਾਵਨਾ ਵੀ ਪੈਦਾ ਕਰ ਦਿੱਤੀ ਆ ਵੀ ਅਸੀਂ ਤੁਹਾਡੇ ਲਈ ਵੀ ਤੁਹਾਡੇ ਬਣ ਕੇ ਰਹੇ ਆ, ਜੀ ਤੁਹਾਨੂੰ ਪਰੇਸ਼ਾਨ ਨਹੀਂ ਅਸੀਂ ਕਰਦੇ, ਤੁਹਾਡੇ ਆਪਣੇ ਬਣ ਕੇ ਰਹੇ। ਸਾਡਾ ਤਾਂ ਇੱਕ ਮਸਲਾ ਸਾਨੂੰ ਮਜਬੂਰ ਕੀਤਾ ਗਿਆ ਲਿਆ ਕੇ ਆਉਣ ਨੂੰ ਇੱਥੇ, ਤੁਹਾਨੂੰ ਅਸੀਂ ਤੰਗ ਕਰਨ ਲਈ ਕੋਈ ਸਾਡਾ ਮਨਸ਼ਾ ਨਹੀਂ ਸੀਗਾ। ਇਹ ਬਹੁਤ ਵੱਡੀ ਗੱਲ ਹੈ ਜੀ। ਜੀ ਸਮੱਸਿਆਵਾਂ ਤਾਂ ਬਹੁਤ ਨੇ, ਕਿਉਂਕਿ ਸੜਕ ਦੇ ਉੱਤੇ ਰਹਿਣਾ ਤੇ ਬੜਾ ਔਖਾ ਕੰਮ ਹੈ। ਬਿਲਕੁਲ ਜੀ। ਅਸੀਂ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਈਏ, ਅਸੀਂ ਇਕੱਲੇ ਲੰਗਰ ਦੇ ਸਿਰ ਤੇ ਜ਼ਿੰਦਗੀ ਨਹੀਂ ਬਸਰ ਕਰ ਸਕਦੇ। ਸੜਕ ਦੇ ਉੱਤੇ 20 ਦਿਨ ਹੋ ਗਏ ਉਹਨਾਂ ਨੂੰ ਬੈਠਿਆਂ ਨੂੰ, ਬਿਲਕੁਲ ਜੀ। ਟਰਾਲੀਆਂ 'ਚ ਸੌਂਦੇ ਨੇ, ਬਹੁਤ ਸਾਰੀਆਂ ਸਮੱਸਿਆਵਾਂ ਹੋਰ ਵੀ ਝੇਲਦੇ ਨੇ, ਮੌਸਮ ਦੀਆਂ ਵੀ ਨੇ, ਸਫਾਈ ਦੀਆਂ ਵੀ ਨੇ, ਬਦ ਇੰਤਜ਼ਾਮੀ ਦੀਆਂ ਵੀ ਨੇ, ਪਰ ਫਿਰ ਵੀ ਉਹਦਾ ਜਿਹੜਾ ਜੋਸ਼ ਹੈ ਤੇ ਜਜ਼ਬਾ ਹੈ ਉਹ ਬਰਕਰਾਰ ਹੈ। ਬਿਲਕੁਲ ਜੀ ਬਿਲਕੁਲ। ਉਹਨਾਂ ਨੇ ਫਿਰ ਇੱਕ ਦਿਨ ਦਾ ਜਿਹੜਾ ਭੁੱਖ ਹੜਤਾਲ ਦਾ ਰੱਖਿਆ ਸੀਗਾ ਜੀ, ਉਹ ਵੀ ਉਹਨਾਂ ਨੇ ਮੰਚ ਦੇ ਉੱਤੇ ਹੀ ਰੱਖਿਆ, ਤੇ ਆਮ ਆਪਾਂ ਦੇਖੀਏ ਟੈਗ ਲਾਈਨ ਹੀ ਇਹ ਦੇਤੀ, ਭੁੱਖਾ ਰਿਹਾ ਅੰਨਦਾਤਾ। ਜੀ ਦੇਖੋ ਆਪਣੇ ਆਪ 'ਚ ਕਿੱਡੀ ਵੱਡੀ ਗੱਲ ਆ, ਅੰਨਦਾਤਾ ਜਿਹੜਾ ਅੰਨ ਦਾ ਦਾਨ ਕਰਨ ਵਾਲਾ, ਉਹ ਸਾਰਾ ਦਿਨ ਭੁੱਖਾ ਰਿਹਾ ਤੇ ਉਹਦੇ ਲਈ ਵੀ ਸਰਕਾਰ ਦੇ ਕੰਨ 'ਚ ਜੂੰ ਨਹੀਂ ਸਰਕੀ। ਤੇ ਦੂਜੇ ਪਾਸੇ ਉਹ ਕਹਿ ਰਹੇ ਵੀ ਅਸੀਂ ਤਾਂ ਅੰਨਦਾਤੇ ਦੀ ਹੱਕ 'ਚ ਗੱਲ ਕਰਦੇ ਆ, ਇਹ ਦੇਸ਼ ਨੂੰ ਅਨਾਜ ਵੰਡਣ ਵਾਲਾ, ਦੇਸ਼ ਦਾ ਢਿੱਡ ਭਰਨ ਵਾਲਾ ਆ, ਤੇ ਜੇ ਦੇਸ਼ ਦਾ ਢਿੱਡ ਭਰਨ ਵਾਲਾ ਖੁਦ ਢਿੱਡੋਂ ਭੁੱਖਾ ਬੈਠਾ ਤੇ ਥੋੜਾ ਬਹੁਤ ਉਹਦੇ ਲਈ ਕਰਨਾ ਦੇਖਣਾ ਬਣਦਾ ਨਾ। ਪਰ ਲੱਗਦਾ ਨਹੀਂ ਇੱਧਰ ਨੂੰ ਕਿਸੇ ਪਾਸੇ ਨੂੰ ਗੱਲ ਤੁਰਦੀ ਆ, ਉਹ ਗੱਲ ਉੱਥੇ ਉਹੀ ਆ ਜਾਂਦੀ ਆ। ਲੋਕ ਵੀ ਕਹਿਣ ਲੱਗ ਪਏ ਆ ਵੀ ਹੁਣ ਇਹ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਜੀ ਸ਼ੇਰਗਿੱਲ ਸਾਹਿਬ, ਇਹ ਤੇ ਅਸੀਂ ਗੱਲ ਕੀਤੀ ਕਿ ਤੁਸੀਂ ਉੱਥੇ ਜਿਵੇਂ ਦਾ ਦੇਖਿਆ ਤੇ ਜੋ ਕੁਝ ਹੋ ਰਿਹਾ, ਹੁਣ ਆਪਾਂ ਵਿਚਾਰ ਇਸ ਗੱਲ ਦੀ ਕਰੀਏ ਕਿ ਸਰਕਾਰ ਅਗਾਊਂ ਵੀ ਕੋਈ ਸੋਚ ਰਹੀ ਹੈ ਕਿ ਨਹੀਂ, ਇਹਦੇ ਤੇ ਆਪਾਂ ਗੱਲ ਕਰਦੇ ਹਾਂ। ਪਰ ਹੁਣ ਸਮਾਂ ਫਿਰ ਬ੍ਰੇਕ ਦਾ ਹੋ ਗਿਆ। ਮਿਲਦੇ ਹਾਂ ਜੀ ਇਸੇ ਪ੍ਰੋਗਰਾਮ ਵਿੱਚ ਇੱਕ ਵਕਫੇ ਤੋਂ ਬਾਅਦ ਤੇ ਗੱਲ ਕਰਾਂਗੇ ਇਸੇ ਗੱਲ ਦੀ ਕਿ ਸਰਕਾਰ ਇਹਦੇ ਬਾਰੇ ਕੀ ਸੋਚ ਰਹੀ ਹੈ। ਗੱਲਬਾਤ ਦਾ ਸਿਲਸਿਲਾ ਬ੍ਰੇਕ ਤੋਂ ਬਾਅਦ ਫਿਰ ਜਾਰੀ ਰੱਖਦੇ ਹਾਂ। ਸ਼ੇਰਗਿੱਲ ਸਾਹਿਬ, ਅਸੀਂ ਗੱਲ ਤੇ ਕੀਤੀ ਕਿ ਦੋਨੋਂ ਤਰ੍ਹਾਂ ਦੇ ਉੱਤੇ ਜਾਂ ਅਲੱਗ-ਅਲੱਗ ਮੋਰਚਿਆਂ ਦੇ ਉੱਤੇ ਕਿਸਾਨ ਡਟੇ ਹੋਏ ਨੇ, ਮੁਸ਼ਕਲਾਂ ਦੇ ਬਾਵਜੂਦ ਵੀ ਡਟੇ ਹੋਏ ਨੇ, ਤੇ ਬਹੁਤ ਦਿਨ ਹੋ ਗਏ ਆ ਕੋਈ ਸਰਕਾਰ ਨਾਲ ਮੁਲਾਕਾਤ ਦਾ ਸਬੱਬ ਨਹੀਂ ਬਣਦਾ ਤੇ ਸਰਕਾਰ ਆਪਣੀ ਕਿਸੇ ਗੱਲ ਤੋਂ ਟਸ-ਮਸ ਵੀ ਨਹੀਂ ਹੋ ਰਹੀ। ਹਾਲਾਂਕਿ ਉਹਨਾਂ ਨੇ ਕੁਝ ਸੋਧਾਂ ਕਰਨ ਦੀ ਗੱਲ ਕੀਤੀ ਸੀ, ਪਰ ਉਸ ਤੋਂ ਬਾਅਦ ਵਿੱਚ ਕੋਈ ਉਹ ਕਿਸਾਨਾਂ ਨੇ ਨਕਾਰ ਦਿੱਤੀ ਸੀ। ਤੇ ਕੱਲ ਕੁਝ ਹੋਰ ਮੀਟਿੰਗਾਂ ਹੋਈਆਂ ਸਰਕਾਰ ਦੀਆਂ ਆਪਸ ਦੇ ਵਿੱਚ, ਕੁਝ ਕੈਬਨਿਟ ਦੀਆਂ ਮੀਟਿੰਗ ਦੀ ਚਰਚਾ ਸੀ, ਉਹਦੇ 'ਚ ਕੀ ਹੋਇਆ ਜੀ? ਬਿਲਕੁਲ ਜੀ, ਸਰਕਾਰ ਦੇ ਵਿੱਚ ਮੀਟਿੰਗਾਂ ਦਾ ਦੌਰ ਤਾਂ ਲਗਾਤਾਰ ਚੱਲ ਰਿਹਾ ਜੀ। ਕਿਸਾਨਾਂ ਨਾਲ ਨਹੀਂ ਹੋ ਰਹੀਆਂ, ਆਪਸ ਵਿੱਚ ਜ਼ਰੂਰ ਕਰ ਰਹੇ ਆ ਜੀ। ਉਹਦੇ ਵਿੱਚ ਹੁਣ ਕਿਸਾਨ ਵੀ ਇਹ ਕਹਿ ਰਹੇ ਆ ਵੀ ਇੱਕ ਪਾਸੇ ਤਾਂ ਤੁਸੀਂ ਸਾਨੂੰ ਗੱਲਬਾਤ ਦਾ ਸੱਦਾ ਦੇ ਰਹੇ ਆ, ਇੱਕ ਪਾਸੇ ਤੁਸੀਂ ਸਾਡੇ ਬਾਰੇ ਪ੍ਰੋਪੇਗੈਂਡਾ ਫੈਲਾ ਕੇ ਤਾਂ ਸਾਨੂੰ ਸਾਡੇ ਮੋਰਚੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੀ। ਕਦੇ ਕੋਈ ਨਾ ਦੇਤਾ, ਕਦੇ ਕੋਈ ਨਾ ਦੇਤਾ। ਇਹ ਦੋਨੇ ਗੱਲਾਂ ਨਾਲ ਕਿਵੇਂ ਚੱਲਣਗੀਆਂ? ਹੁਣ ਸਰਕਾਰ ਦਾ ਕੀ ਕੰਮ ਆ? ਵੀ ਚਾਹੀਦਾ ਤਾਂ ਉਹਨੂੰ ਇਹ ਆ ਵੀ ਜਿਸ ਤਰੀਕੇ ਨਾਲ ਤੁਹਾਡੀਆਂ ਤਜਵੀਜ਼ਾਂ ਜੇ ਉਹਨਾਂ ਨੇ ਮੋੜ ਦਿੱਤੀਆਂ ਤੇ ਉਹਨਾਂ ਨੂੰ ਤੁਸੀਂ ਨਵੇਂ ਸਿਰੋਂ ਤਜਵੀਜ਼ਾਂ ਦੇਖ ਕੇ ਭੇਜ ਕੇ ਦੇਖ ਸਕਦੇ ਆ ਜੀ, ਜਾਂ ਉਹਨਾਂ ਨੂੰ ਗੱਲਬਾਤ ਦਾ ਆਪ ਹੀ ਸੱਦਾ ਦੇ ਦਿਓ। ਪਰ ਉਹਨਾਂ ਨੇ, ਜਿੱਦਾਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ, ਵੀ ਉਹਨਾਂ ਨੇ ਗੇਂਦ ਜਿਹੜੀ ਹੁਣ ਕਿਸਾਨਾਂ ਦੇ ਵੱਲ ਸੁੱਟ ਦਿੱਤੀ ਆ ਜੀ। ਵੀ ਹੁਣ ਤੁਸੀਂ ਦੱਸੋਗੇ ਕਦੋਂ ਗੱਲਬਾਤ ਕਰਨੀ ਆ, ਤਾਂ ਅਸੀਂ ਤਿਆਰ ਬੈਠੇ ਆ ਜੀ। ਇਹ ਕੰਮ ਉਹਨਾਂ ਨੇ, ਖੇਤੀ ਮੰਤਰੀ ਨੇ ਇੱਕ ਵਾਰ ਫਿਰ, ਨਰਿੰਦਰ ਸਿੰਘ ਤੋਮਰ ਉਹਨਾਂ ਨੇ ਇੱਕ ਵਾਰ ਫਿਰ ਕਿਸਾਨਾਂ ਨੂੰ ਕਿਹਾ ਬਈ ਤੁਸੀਂ ਆਪਦੀ ਤਰੀਕ ਨਿਸ਼ਚਿਤ ਕਰਕੇ ਦੱਸੋ, ਅਸੀਂ ਗੱਲਬਾਤ ਲਈ ਤਿਆਰ ਆ ਜੀ। ਨਾਲ ਦੀ ਨਾਲ ਉਹਨਾਂ ਨੇ, ਹੁਣ ਕਿਸਾਨਾਂ ਦਾ ਦੋਸ਼ ਤਾਂ ਹੈਗਾ ਆ, ਪਰ ਸਰਕਾਰ ਤਾਂ ਜਿਹੜੀ ਇਹ ਕਰ ਰਹੀ ਆ ਉਹ ਆਪਣੇ ਤੌਰ ਤੇ ਕਰ ਰਹੀ ਆ। ਇਹਨਾਂ ਨੇ ਕੀਤਾ ਵੀ ਕਈ ਸੰਗਠਨ ਐਸੇ ਬੁਲਾ ਲਏ ਜਾਂ ਇਹਨਾਂ ਦੇ ਕੋਲ ਆ ਗਏ ਜਾਂ ਕਿਵੇਂ ਹੋਇਆ, ਉਹ ਆ ਕੇ ਕਹਿ ਗਏ ਵੀ ਅਸੀਂ ਤਾਂ ਕਿਸੇ ਖੇਤੀ ਬਿੱਲਾਂ ਦੇ ਹੱਕ 'ਚ ਆ। ਇਹਨਾਂ ਦੇ ਨਾਲ ਇੱਕ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਆ ਕੌਮੀ ਪੱਧਰ ਦੀ, ਉਹਨਾਂ ਦੇ ਵੀ ਕੁਝ ਮੈਂਬਰ ਸੀਗੇ ਜਿਹੜੇ ਕੱਲ੍ਹ ਤੋਮਰ ਉਹਨਾਂ ਨੂੰ ਮਿਲ ਕੇ ਗਏ ਆ। ਹੁਣ ਕਿਸਾਨਾਂ ਦਾ ਦੋਸ਼ ਕੀ ਆ ਵੀ ਇਹ ਜਿਹੜੇ ਬੰਦੇ ਸੰਗਠਨ ਜਿਹੜੇ ਇਹਨਾਂ ਨੇ ਬੁਲਾਏ ਆ ਜਾਂ ਇਹਨਾਂ ਨੂੰ ਮਿਲਣ ਆਏ ਆ, ਇਹ ਨਵੇਂ ਕਿੱਥੋਂ ਪੈਦਾ ਕਰਤੇ? ਇਹਨਾਂ ਦਾ ਨਾਂ ਹੀ ਸੁਣਿਆ ਨਹੀਂ ਕਦੇ। ਜੀ। ਜਿਨ੍ਹਾਂ ਦਾ ਨਾਂ ਹੀ ਨਹੀਂ ਕਦੇ ਸੁਣਿਆ ਵੀ ਕਿਹੜੀ ਯੂਨੀਅਨ ਆ, ਕਿਹੜਾ ਸੰਗਠਨ ਆ ਕਿਸਾਨਾਂ ਬਾਰੇ, ਉਹਨਾਂ ਬਾਰੇ ਸਰਕਾਰ ਕਹਿ ਰਹੀ ਆ ਵੀ ਸਾਨੂੰ ਆ ਕੇ ਕਹਿੰਦੇ ਨੇ ਜੀ ਕਿਸਾਨ ਬਿੱਲ ਬਹੁਤ ਵਧੀਆ ਹੈ, ਅਸੀਂ ਇਸ ਹੱਕ 'ਚ ਹੈ ਜੀ, ਤੁਸੀਂ ਰੱਦ ਨਾ ਕਰਿਓ। ਤੁਸੀਂ ਜਾਣਦੇ ਇਹਨਾਂ ਗੱਲਾਂ ਬਾਰੇ, ਸਰਕਾਰ ਜਦੋਂ ਇਹੋ ਜਿਹੀਆਂ ਚੀਜ਼ਾਂ ਪੈਦਾ ਕਰਨ ਤੇ ਆਵੇ ਤਾਂ ਉਹ ਬੜੇ ਸੌਖੇ ਤਰੀਕੇ ਨਾਲ ਕਰ ਸਕਦੀ। ਬਿਲਕੁਲ, ਵੀ ਉਸੇ ਕਰਕੇ ਨਾ ਤਾਂ ਹੀ ਉਹ ਕਹਿੰਦੇ ਵੀ ਗੱਲਬਾਤ ਦਾ ਸੱਦੇ ਦੇ ਨਾਲ ਤੁਸੀਂ ਸਾਡੇ ਇਸ ਮੋਰਚੇ ਨੂੰ, ਇਸ ਅੰਦੋਲਨ ਨੂੰ ਕਮਜ਼ੋਰ ਕਰਨ ਤੇ ਤੁਲੇ ਹੋਏ ਆ ਜੀ। ਹੁਣ ਮੀਟਿੰਗਾਂ ਦਾ ਦੌਰ ਤਾਂ ਦੇਖੋ ਕਾਫੀ ਚੱਲਦਾ ਆ। ਅਮਿਤ ਸ਼ਾਹ ਦੇ ਵਿੱਚ ਵੀ ਗ੍ਰਹਿ ਮੰਤਰੀ ਦੇ ਹੋਈ ਸੀ ਗੱਲ ਪਈ, ਉਹਨਾਂ ਨੇ ਕਮਾਨ ਆਪਣੇ ਹੱਥ 'ਚ ਲੈ ਲਈ ਆ। ਉਹਨਾਂ ਨੇ ਵੀ ਕੱਲ੍ਹ ਖੇਤੀ ਮੰਤਰਾਲੇ ਨਾਲ ਸੰਬੰਧਿਤ ਅਧਿਕਾਰੀ ਜਿਹੜੇ ਸੈਕਟਰੀ ਪੱਧਰ ਦੇ ਆ, ਉਹਨਾਂ ਨਾਲ ਵੀ ਆਪਣੇ ਘਰ ਵਿੱਚ ਹੀ ਹੰਗਾਮੀ ਮੀਟਿੰਗ ਕੀਤੀ ਆ ਜੀ। ਕੀ ਉਹ ਮੀਟਿੰਗ 'ਚ ਨਿਕਲਿਆ, ਕੀ ਨਹੀਂ ਬਣਿਆ, ਉਹ ਹਜੇ ਤੱਕ ਮੀਡੀਆ 'ਚ ਬਾਹਰ ਨਹੀਂ ਆਈ। ਇਸ ਦੇ ਨਾਲ ਰਾਜਨਾਥ ਸਿੰਘ ਜੋ ਇੰਨੇ ਚਿਰ ਦੇ ਚੁੱਪ ਬੈਠੇ ਸੀਗੇ ਜੀ, ਜਿਨ੍ਹਾਂ ਨੂੰ ਸਰਕਾਰ ਨੇ ਕਹਿ ਲਓ ਵੀ ਲਾਗੇ ਨਹੀਂ ਸੀ ਆਉਣ ਦਿੱਤਾ, ਜਾਂ ਉਹ ਆਪਣੇ ਤੌਰ ਤੇ ਕਿਤੇ ਰੁਝੇਵੇਂ 'ਚ ਫਸੇ ਸੀਗੇ, ਜਿਹੜੇ ਇਸ ਪੱਖ ਨਹੀਂ ਆਏ, ਸ਼ੁਰੂ 'ਚ ਆਏ ਸੀਗੇ
ਬਾਅਦ 'ਚ ਉਹ ਕਿੱਥੇ ਅਲੋਪ ਹੋ ਗਏ, ਮਿਲੇ ਨਹੀਂ। ਉਹਨਾਂ ਨੂੰ ਹੁਣ ਕੱਢ ਕੇ ਲਿਆਂਦਾ ਜੀ ਹਰਿਆਣੇ ਦੇ ਦੁਸ਼ਯੰਤ ਚੌਟਾਲਾ ਨੇ ਜੀ। ਜਦੋਂ ਬੀਤੇ ਦਿਨ ਹੀ ਮਿਲਣ ਗਏ ਆ, ਉਹ ਸਭ ਤੋਂ ਪਹਿਲਾਂ ਰਾਜਨਾਥ ਨੂੰ ਹੀ ਮਿਲਣ ਗਏ ਆ। ਜੀ। ਖੈਰ ਉਹ ਜਾਟ ਆਗੂ ਆ, ਉਹ ਵੀ ਕਿਸਾਨ ਆਗੂ ਆ, ਯੂਪੀ ਦੇ ਵਿੱਚੋਂ ਕਿਸਾਨ ਨਹੀਂ ਕਰਦੇ ਆ, ਬੜੀ ਵੱਡੀ ਜ਼ਮੀਨ ਆ ਉਹਨਾਂ ਦੀ ਉੱਥੇ। ਤੇ ਉਹ ਉਹਨਾਂ ਦਾ ਨਿਕਲ ਕੇ ਆਉਣਾ ਬਾਹਰ, ਤੇ ਲੱਗਦਾ ਵੀ ਇਹਨਾਂ ਨੇ ਹੁਣ ਇੱਕ ਆਗੂ ਨੂੰ ਹੋਰ ਵਿੱਚ ਸ਼ਾਮਲ ਕੀਤਾ ਵੀ ਕਿਸੇ ਤਰ੍ਹਾਂ ਨਿਬੇੜੀਏ। ਪਹਿਲਾਂ ਤਾਂ ਤਿੰਨੇ ਆਗੂ ਸੀਗੇ, ਪੀਯੂਸ਼ ਗੋਇਲ, ਨਰਿੰਦਰ ਤੋਮਰ ਤੇ ਸੋਮ ਪ੍ਰਕਾਸ਼, ਜਿਹੜੇ ਸਾਡੇ ਪੰਜਾਬ ਦੇ ਐਮਪੀ ਆ ਭਾਜਪਾ ਦੇ। ਜੀ। ਉਹ ਰਾਜਨਾਥ ਨੂੰ ਜਦ ਦੁਸ਼ਯੰਤ ਚੌਟਾਲਾ ਮਿਲ ਕੇ ਗਏ ਆ, ਤੇ ਚੌਟਾਲਾ ਸਾਹਿਬ ਨੇ ਵੀ ਬਾਹਰ ਆ ਕੇ ਕਿਹਾ ਸੀਗਾ ਵੀ 24 ਘੰਟਿਆਂ ਜਾਂ 48 ਘੰਟਿਆਂ ਦੇ ਵਿੱਚ ਕਿਸਾਨੀ ਜਿਹੜੇ ਅੰਦੋਲਨ ਦਾ ਹੱਲ ਨਿਕਲ ਆਊਗਾ। ਜੀ। ਪਰ ਉਹ ਲੱਗਦਾ 48 ਘੰਟੇ ਤੋਂ ਵੱਧ ਗਏ ਆ। ਪਰ ਚੌਟਾਲਾ ਨੂੰ ਪਤਾ ਨਹੀਂ ਕਿਸ ਤਰੀਕੇ ਨਾਲ ਕਿਹਾ ਹੋਊਗਾ। ਹਾਲਾਂਕਿ ਉਹਨੇ ਬਾਹਰ ਆ ਕੇ ਇਹ ਵੀ ਚੇਤਾਵਨੀ ਦਿੱਤੀ ਆ ਵੀ MSP ਰਹੂਗੀ, ਜੇ MSP ਕਿਤੇ ਚਲੇਗੀ ਤਾਂ ਮੈਂ ਅਸਤੀਫਾ ਦੇ ਦੂੰਗਾ ਜਾਂ ਮੈਂ ਸਿਆਸਤ ਛੱਡ ਦੂੰਗਾ, ਇਹ ਚੇਤਾਵਨੀ ਦਿੱਤੀ ਸੀ। ਕੱਲ ਦੀ ਮੀਟਿੰਗ ਦੇ ਵਿੱਚ ਫਿਰ ਰਾਜਨਾਥ ਨੂੰ ਪੰਜਾਬ ਨਾਲ ਸੰਬੰਧਿਤ ਜਿਹੜੇ ਭਾਜਪਾ ਆਗੂ ਆ ਜੀ, ਉਹ ਸਾਰੇ ਜਾ ਕੇ ਇੱਕ ਵਫਦੀ ਤੌਰ ਤੇ ਮਿਲਿਆ ਸੀ ਉਹਨਾਂ ਨੂੰ। ਉਹਦੇ ਵਿੱਚ ਵੀ ਉਹਨਾਂ ਨੇ ਕਿਸਾਨੀ ਅੰਦੋਲਨ ਦੀ ਚਰਚਾ ਹੋਈ। ਇਹਨਾਂ ਵਫਦ ਦੇ ਵਿੱਚ ਸੁਰਜੀਤ ਕੁਮਾਰ ਜਿਆਣੀ ਵੀ ਸੀ, ਹਰਜੀਤ ਸਿੰਘ ਗਰੇਵਾਲ ਸੀ, ਸੋਮ ਪ੍ਰਕਾਸ਼ ਸੀ, ਪੰਜਾਬ ਭਾਜਪਾ ਦੇ ਜਿਹੜੇ ਪ੍ਰਧਾਨ ਆ ਅਸ਼ਵਨੀ ਸ਼ਰਮਾ ਜੀ। ਮਤਲਬ ਕਹਿਣ ਦਾ ਵੀ ਇਹ ਵਫਦ ਉਹਨਾਂ ਨੂੰ ਮਿਲਿਆ। ਫਿਰ ਤੋਮਰ ਹੋਣਾ ਦੇ ਨਾਲ ਜਦੋਂ ਮੀਟਿੰਗ ਕੀਤੀ, ਤੋਮਰ ਹੋਣਾ ਨੇ ਇਸ ਤੋਂ ਪਹਿਲਾਂ ਅਮਿਤ ਸ਼ਾਹ ਹੋਣਾ ਨੂੰ ਜਾ ਕੇ ਮਿਲੇ ਆ। ਸੋ ਇਹ ਸਰਕਾਰ ਵੀ ਇੱਕ ਕਿਸਮ ਨਾਲ ਚਿੰਤਤ ਆ ਜੀ, ਕਿਉਂਕਿ ਇਹ ਅੰਦੋਲਨ ਉੱਥੇ ਘਟਦਾ ਨਜ਼ਰ ਨਹੀਂ ਆ ਰਿਹਾ। ਬਿਲਕੁਲ। ਜਿੰਨੇ ਦਿਨ ਹੋਰ ਲੰਬਾ ਹੋਈ ਜਾਂਦਾ, ਉਨੇ ਉਹ ਗਿਣਤੀ 100 ਕਹਿ ਲਓ ਚਾਹੇ 200 ਕਹਿ ਲਓ, 500 ਦੇ ਹਿਸਾਬ ਨਾਲ ਵੱਧ ਰਹੀ ਆ। ਮੈਂ ਛੋਟੀ ਗਿਣਤੀ ਦੱਸੀ ਹੈ ਜੇ, ਵੱਧ ਹਜ਼ਾਰਾਂ 'ਚ ਰਹੀ ਹੋਣੀ ਆ। ਪਰ ਆਪਾਂ ਜੇ ਨਾਰਮਲੀ ਕਹੀਏ ਤਾਂ 500 ਤੋਂ ਲੈ ਕੇ 1000 ਦੇ ਵਿੱਚ ਰੋਜ਼ਾਨਾ ਦੀ ਗਿਣਤੀ ਇੱਥੇ ਵੱਧ ਰਹੀ ਆ। ਉਹ ਸਰਕਾਰ ਨੂੰ ਵੀ ਇਹ ਚਿੰਤਾ ਦਾ ਸਤਾ ਰਹੀ ਆ ਵੀ ਇਹ ਜਿਹੜਾ ਅੰਦੋਲਨ ਆ ਇੰਨਾ ਲੰਮਾ ਚੱਲ ਗਿਆ ਵੀ ਇਹਦੇ ਵਿੱਚ ਜੇ ਕਿਸੇ ਤਰੀਕੇ ਨਾਲ ਕੋਈ ਉਹੋ ਜਿਹਾ ਕੰਮ ਹੋ ਜਾਏ ਜਿਹੜੇ ਕਰਕੇ ਸਾਨੂੰ ਹੋਰ ਬਦਨਾਮੀ ਝੱਲਣੀ ਪਊਗੀ, ਕਿਉਂਕਿ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਇਹਦੇ ਵਿੱਚ। ਕਿਸਾਨ ਤਾਂ ਪਹਿਲਾਂ ਹੀ ਕਹਿ ਰਹੇ ਵੀ ਜੋ ਕੁਝ ਜੇ ਅੱਗੇ ਅਸੀਂ ਤੱਕ ਸ਼ਾਂਤਮਈ ਰਹੇ ਆ, ਕੋਈ ਇਹੋ ਜਿਹੀ ਗੱਲ ਹੁੰਦੀ ਹੈ ਉਹਦੇ ਲਈ ਸਰਕਾਰ ਜ਼ਿੰਮੇਵਾਰ ਆ। ਤੇ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਵੀ ਇੱਕ ਭੱਜਣਾ ਵੀ ਨਹੀਂ ਚਾਹੁੰਦੀ ਤੇ ਉਹਦੇ ਉੱਤੇ ਪੂਰੀ ਤਰ੍ਹਾਂ ਨਿਠਣਾ ਵੀ ਨਹੀਂ ਚਾਹੁੰਦੀ ਜੀ। ਜੇ ਨਿਠ ਕੇ ਕੰਮ ਕਰੇ ਤਾਂ ਸਰਕਾਰ ਆਪਣੀ ਜ਼ਿੰਮੇਵਾਰੀ ਸੰਭਾਲੇ ਤਾਂ ਐਡੀ ਲੰਬਾ ਚੱਲਣਾ ਹੀ ਨਹੀਂ ਸੀ ਕੰਮ। ਪਰ ਨਾਲ ਦੀ ਨਾਲ ਖੇਤੀਬਾੜੀ ਰਾਜ ਮੰਤਰੀ ਨੇ ਫਿਰ ਇੱਕ ਵਾਰ ਕੱਲ ਕਹਿਤਾ ਵੀ ਇਹ 3 ਕਾਨੂੰਨ ਤਾਂ ਵਾਪਸ ਹੋਣੇ ਨਹੀਂ ਜੀ। ਦੇਖੋ, ਇੱਕ ਪਾਸੇ ਗੱਲਬਾਤ ਕਰਦੇ ਆ, ਦੂਜੇ ਪਾਸੇ ਸਾਫ਼ ਸਪਸ਼ਟ ਲਫ਼ਜ਼ਾਂ 'ਚ ਤੁਸੀਂ ਕਹਿ ਰਹੇ ਆ ਵੀ ਇਹਦੇ ਬਾਰੇ ਤਾਂ ਅਸੀਂ ਗੱਲ ਕਰਨੀ ਨਹੀਂ। ਰਾਜਨਾਥ ਹੋਰਾਂ ਨੇ ਵੀ ਇੱਕ ਵਾਰੀ ਫਿੱਕੀ ਦੇ ਵਿੱਚ ਬੋਲਦੇ ਆ, ਫਿੱਕੀ ਦਾ ਸੰਮੇਲਨ ਜਿਹੜਾ ਕੱਲ ਸਮਾਪਤ ਹੋਇਆ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਖੇਤੀ ਸੈਕਟਰ ਬਾਰੇ ਸਰਕਾਰ ਕੋਈ ਗਲਤ ਕੰਮ ਜਾਂ ਗਲਤ ਫੈਸਲਾ ਲੈ ਹੀ ਨਹੀਂ ਸਕਦੀ ਜੀ। ਪਰ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਕਾਨੂੰਨ ਵਾਪਸ ਲੈਣ ਦਾ ਸਵਾਲ ਨਹੀਂ ਪੈਦਾ ਹੁੰਦਾ ਜੀ। ਰਾਜਨਾਥ ਹੋਰਾਂ ਤੋਂ ਵੀ ਕਹਾਤਾ, ਖੇਤੀਬਾੜੀ ਰਾਜ ਮੰਤਰੀ ਤੋਂ ਵੀ ਕਹਾਤਾ, ਤੇ ਤੋਮਰ ਸਾਹਿਬ ਉਹਨਾਂ ਨੂੰ ਗੱਲਬਾਤ ਦਾ ਸੱਦਾ ਦੇ ਰਹੇ ਆ। ਕਿਸਾਨ ਕਹਿੰਦੇ ਵੀ ਗੱਲਬਾਤ ਤਾਂ ਹੀ ਹੋਊਗੀ ਜੇ ਤੁਸੀਂ ਕਾਨੂੰਨ ਵਾਪਸ ਦੀ ਗੱਲ ਕਰਦੇ ਆ ਜੀ। ਤੇ ਫਿਰ ਜੇ ਗੱਲ ਤਾਂ ਹੋਣੀ ਨਹੀਂ ਤਾਂ ਫਿਰ ਸੱਦਾ ਦੇਣ ਦਾ ਜਾਂ ਸੱਦਾ ਮੰਨਣ ਦਾ ਜਾਂ ਤਰੀਕਾ ਫਿਕਸ ਕਰਨ ਦਾ ਜਾਂ ਮੀਟਿੰਗਾਂ ਕਰਨ ਦਾ ਫਾਇਦਾ ਕੀ ਆ? ਬਿਲਕੁਲ, ਇਹ ਤੁਸੀਂ ਬਿਲਕੁਲ ਸਹੀ ਦੱਸਿਆ ਕਿ ਜਿਹੜੀ ਸਰਕਾਰ ਆ ਜਾਂ ਵਿਰੋਧ 'ਚ ਜਿਹੜੀ ਕਿਸਾਨਾਂ ਦੇ ਵਿਰੋਧ 'ਚ ਪਾਰਟੀ ਖੜੀ ਆ, ਉਹ ਸਾਰੇ ਫਰੰਟ ਤੋਂ ਹੀ ਲੜ ਰਹੀ ਆ। ਅਸੀਂ ਬੀਤੇ ਦਿਨ ਦੇਖਿਆ ਪੰਜਾਬ ਦੀਆਂ ਸਾਰੀਆਂ ਵੱਡੀਆਂ ਅਖਬਾਰਾਂ ਦੇ ਵਿੱਚ ਪ੍ਰਧਾਨ ਮੰਤਰੀ ਵੱਲੋਂ ਵੱਡੇ ਇਸ਼ਤਿਹਾਰ ਦਿੱਤੇ ਗਏ ਕਿ ਜਿਹੜੇ ਕਾਨੂੰਨ ਆ ਉਹ ਠੀਕ ਨੇ। ਇਹ ਅਲੱਗ-ਅਲੱਗ ਤਰੀਕੇ ਤੋਂ ਲੜਨਾ ਜਿਹੜਾ ਕਿਸਾਨਾਂ ਦੇ ਨਾਲ ਆ, ਅੰਦੋਲਨ ਦੇ ਖਿਲਾਫਤ ਜਿਹੜੀ ਸਰਕਾਰ ਕਰ ਰਹੀ ਆ, ਜਾਂ ਅਸੀਂ ਕਹਾਂਗੇ ਕਿ ਸਰਕਾਰ ਦੇ ਖਿਲਾਫ ਕੇਂਦਰ ਦੋਨਾਂ ਧਿਰਾਂ ਨੂੰ ਲੱਗਦਾ ਕਿ ਉਹ ਸਾਡੇ ਖਿਲਾਫ ਹੈ, ਸਾਨੂੰ ਲੱਗਦਾ ਉਹ ਸਾਡੇ ਖਿਲਾਫ ਨੇ ਜੀ। ਤੇ ਸਰਕਾਰ ਇਸ ਕਾਨੂੰਨ ਨੂੰ ਹਾਲੇ ਵੀ ਜਾਇਜ਼ ਠਹਿਰਾ ਰਹੀ ਹੈ ਤੇ ਕਿਸਾਨ ਉਹਨੂੰ ਮੰਨ ਨਹੀਂ ਰਹੇ। ਨਹੀਂ, ਦੇਖੋ, ਇਹਨਾਂ ਨੇ ਤਾਂ ਪਹਿਲੇ ਦਿਨ ਤੋਂ ਹੀ ਕਹਿੰਦੇ ਆ ਰਹੇ ਸੀਗੇ ਨਾ ਜੀ ਵੀ ਅਸੀਂ ਜੋ ਕਾਨੂੰਨ ਬਣਾਇਆ ਉਹ ਭਲੇ ਲਈ ਬਣਾਇਆ, ਕਿਸਾਨਾਂ ਦੇ ਫਾਇਦੇ ਲਈ ਬਣਾਇਆ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਬਣਾਇਆ ਜੀ। ਉਸੇ ਗੱਲਾਂ ਨੂੰ, ਉਹਨਾਂ ਗੱਲਾਂ ਨੂੰ ਹੀ ਮੁੜ ਮੁੜ ਕੇ ਚਾਹੇ ਉਹ ਇਸ਼ਤਿਹਾਰ ਦੇ ਰੂਪ ਵਿੱਚ ਦੇ ਰਹੇ ਆ, ਚਾਹੇ ਉਹ ਵਰਬਲੀ ਪ੍ਰੈਸ ਕਾਨਫਰੰਸਾਂ ਕਰਕੇ ਦੇ ਰਹੇ ਆ, ਚਾਹੇ ਉਹ ਮੀਟਿੰਗਾਂ ਦੇ ਵਿੱਚ ਗਏ ਕਿਸਾਨਾਂ ਨੂੰ ਦੱਸ ਰਹੇ ਆ ਜੀ। ਉਹ ਕੋਈ ਨਵੀਂ ਗੱਲ ਨਹੀਂ ਹੈਗੀ ਉਹਦੇ ਵਿੱਚ। ਜੇ ਕਹੀਏ ਵੀ ਆਪਾਂ ਉਹਨਾਂ ਨੇ ਨਵੀਂ ਚੀਜ਼ ਕਰ ਦਿੱਤੀ ਆ, ਉਹ ਨਵੀਂ ਗੱਲ ਕੋਈ ਨਹੀਂ ਹੈਗੀ। ਸਿਰਫ ਉਹਨਾਂ ਦੇ ਉਹ ਆਪਣੇ ਕਾਨੂੰਨਾਂ ਬਾਰੇ ਫਾਇਦੇ ਹੀ ਦੱਸ ਰਹੇ ਆ। ਤੇ ਅੰਤਰਰਾਸ਼ਟਰੀ ਤੌਰ ਦੇ ਉੱਤੇ ਵੀ ਜਿਹੜੇ ਵਿਰੋਧ ਪ੍ਰਦਰਸ਼ਨ ਨੇ ਉਹ ਜਾਰੀ ਨੇ, ਉਹ ਬਹੁਤ ਵੱਡੀ ਪੱਧਰ ਤੇ ਜਾਰੀ ਆ। ਜਿੱਥੇ ਇੱਕ ਥਾਂ ਹੋ ਹਟਿਆ ਉੱਥੇ ਅਗਲੇ ਹਫ਼ਤੇ ਫੇਰ ਹੋ ਰਿਹਾ, ਉਹ ਤੋਂ ਅਗਲੇ ਹਫ਼ਤੇ ਫੇਰ ਹੋ ਰਿਹਾ। ਮਤਲਬ ਕਹਿਣ ਦਾ ਵੀ ਉੱਥੇ ਵੀ ਪੂਰੀ ਤਰ੍ਹਾਂ ਦਬਾਅ ਪੰਜਾਬੀਆਂ ਨੇ ਬਣਾਇਆ ਹੋਇਆ। ਸਿਰਫ ਇੱਕ ਵਾਰ ਕਰਕੇ ਨਹੀਂ ਹਟ ਗਏ। ਮੈਂ ਦੇਖਿਆ ਇੱਕ ਥਾਂ ਤੇ 2 ਵਾਰ ਵੀ ਪ੍ਰਦਰਸ਼ਨ ਹੋ ਰਹੇ ਆ। ਹੋ ਸਕਦਾ ਆਉਂਦੇ ਦਿਨਾਂ 'ਚ ਉੱਥੇ ਫੇਰ ਹੋਵੇ ਜੀ, ਕਿਉਂਕਿ ਉੱਥੋਂ ਵਰਲਡ ਲੈਵਲ ਤੇ ਗਲੋਬਲ ਲੈਵਲ ਤੇ ਜਿਹੜਾ ਇਹ ਫੈਲਿਆ ਹੋਇਆ ਕਿਸਾਨ ਅੰਦੋਲਨ ਦਾ ਮਸਲਾ, ਉਹ ਉੱਥੋਂ ਵੀ ਪੂਰੀ ਤਰ੍ਹਾਂ ਦਬਾਅ ਬਣਿਆ ਹੋਇਆ ਆ। ਇਹਨਾਂ ਦੇ ਵਿੱਚ ਇੱਕ ਗੱਲ ਨਵੀਂ ਇਹ ਸਾਹਮਣੇ ਆਉਂਦੀ ਹੈ ਵੀ ਇਮੇਜ ਤਾਂ ਭਾਰਤ ਦਾ ਖਰਾਬ ਹੋ ਰਿਹਾ ਨਾ। ਬਿਲਕੁਲ, ਭਾਰਤ ਸਰਕਾਰ ਜਿਹੜੀ ਇਸ ਵੇਲੇ ਮੌਜੂਦਾ ਹੈ ਉਹਦਾ ਖਰਾਬ ਹੋ ਰਿਹਾ। ਉਸ ਗੱਲ ਨੂੰ ਇਹ ਬਿਲਕੁਲ ਧਿਆਨ 'ਚ ਨਹੀਂ ਦੇ ਰਹੇ। ਇੱਕੋ ਗੱਲ ਫੜ ਕੇ ਬੈਠੇ ਆ ਵੀ ਕਾਨੂੰਨ ਵਾਪਸ ਨਹੀਂ ਹੋਣੇ। ਮੈਂ ਇਹਦੇ ਵਿੱਚ ਇੱਕ ਗੱਲ ਹੋਰ ਦੱਸ ਦੇਵਾਂ ਵੀ ਨਿਤਿਨ ਗਡਕਰੀ ਹੋਣੇ ਬੜੇ ਸੀਨੀਅਰ ਆਗੂ ਆ ਭਾਜਪਾ ਦੇ। ਸਭ ਤੋਂ ਪਹਿਲਾਂ ਜਿਹੜਾ ਮਸਲਾ MSP ਦਾ ਜੇ ਉੱਠਿਆ ਸੀ ਤੇ ਨਿਤਿਨ ਗਡਕਰੀ ਹੋਣਾ ਦੇ ਇੱਕ ਇੰਟਰਵਿਊ ਤੋਂ ਹੀ ਉੱਠਿਆ ਸੀ। ਬਿਲਕੁਲ, ਇਹਨਾਂ ਨੇ ਇੱਕ ਇੰਟਰਵਿਊ 'ਚ ਕਹਿਤਾ ਸੀਗਾ
ਵੀ MSP ਜਿਹੜੀ ਆ ਉਹ ਸਰਕਾਰ ਤੇ ਬਹੁਤ ਵੱਡਾ ਬੋਝ ਆ। ਬਿਲਕੁਲ। ਉਹਨੂੰ ਕਿਸੇ ਤਰੀਕੇ ਨਾਲ ਸਰਕਾਰ ਚਾਹੁੰਦੀ ਆ ਵੀ ਇਹ ਬੰਦ ਹੋਵੇ ਜਾਂ ਖਤਮ ਹੋਵੇ। ਉਹ ਇੰਟਰਵਿਊ ਜਦੋਂ ਵਾਇਰਲ ਹੋਈ ਸੀ ਉਦੋਂ ਤੋਂ ਲੋਕਾਂ ਨੂੰ ਪਤਾ ਲੱਗਾ ਸੀ ਵੀ ਇਹ ਹੋ ਕੀ ਰਿਹਾ ਸਰਕਾਰ ਦੇ ਵਿੱਚ। ਕਹਿੰਦੇ ਨਹੀਂ ਤਾਂ ਉੱਦਾਂ ਨਹੀਂ ਸੀ ਪਤਾ ਲੱਗਣਾ, ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਜਦੋਂ ਆਰਡੀਨੈਂਸ ਜੂਨ 'ਚ ਬਣ ਗਿਆ ਸੀ ਨਾ, ਉਹ ਆਰਡੀਨੈਂਸ ਵੀ ਕਿਸੇ ਨੇ ਨਹੀਂ ਸੀ ਪੜ੍ਹੇ ਤੇ ਨਾ ਹੀ ਕਿਸੇ ਤੱਕ ਇੰਨੀ ਗੱਲ ਗਈ ਸੀ ਵੀ ਇਹ ਵਿੱਚ ਹੈ ਇਹਦੇ ਕੀ ਆ ਜੀ। ਹੁਣ ਜਦੋਂ ਇਹਨਾਂ ਦੀ ਇੰਟਰਵਿਊ ਆ ਗਈ ਸੀ ਤਾਂ ਫੇਰ ਸਾਰਿਆਂ ਦੇ ਕੰਨ ਖੁੱਲ ਗਏ ਸੀ ਵੀ ਆਹ ਤਾਂ ਗੱਲ ਆ ਹੋ ਰਹੀ ਆ, ਕਾਰਪੋਰੇਟ ਘਰਾਣਿਆਂ ਦੇ ਵਿੱਚ ਹੋ ਰਹੀ ਆ ਜੀ। ਉਸੇ ਗੱਲ ਨੂੰ ਜੇ ਆਪਾਂ ਨਾ ਉਹ ਛੱਡ ਦਈਏ ਪਿੱਛੇ ਉਹਨਾਂ ਦੀ ਇੰਟਰਵਿਊ 'ਚ, ਇੱਕ ਕੱਲ ਫੇਰ ਉਹਨਾਂ ਦੀ ਇੱਕ ਚੈਨਲ ਨਾਲ ਇੰਟਰਵਿਊ ਮੈਂ ਸੁਣੀ ਆ ਗਡਕਰੀ ਉਹਨਾਂ ਦੀ, ਉਹ ਕਹਿੰਦੇ MSP ਤਾਂ ਪਹਿਲਾਂ ਹੀ ਕਾਨੂੰਨ ਦੇ ਵਿੱਚ ਹੈਗਾ। ਪਹਿਲਾਂ ਤਾਂ ਉਹ ਇਹ ਗੱਲ ਕਹਿੰਦਾ ਬਈ MSP ਤੈਅ ਕਿੱਦਾਂ ਹੁੰਦੀ ਤੁਹਾਨੂੰ ਪਤਾ, ਕਹਿੰਦੇ ਜੀ ਕਮਿਸ਼ਨ ਹੁੰਦਾ ਹੈ, ਇੱਕ ਸਾਰੀ ਡਿਟੇਲ ਦੱਸੀ ਉਹਨੇ। ਕਮਿਸ਼ਨ ਹੁੰਦਾ ਆ, ਉਹ ਲਾਗਤ ਦੇਖਦੇ ਟਰੈਕਟਰ ਦੀ ਕਿੰਨੀ ਲਾਗਤ ਆਈ, ਖਾਦ ਦੀ, ਦਵਾਈਆਂ ਦੀ, ਬੀਜ ਦੀ, ਵਰਕਫੋਰਸ ਦੀ ਕਿੰਨੀ ਲਾਗਤ ਆਈ ਆ, ਉਹਦੇ ਵਿੱਚ ਸਾਰਾ ਕੁੱਲ ਮਿਲਾ ਕੇ ਦੇਖਦੇ ਵੀ ਹੁਣ ਇਹਦੇ 'ਚ ਉਤਪਾਦਨ ਕਿੰਨਾ ਹੋਊਗਾ। ਉਹ ਉਤਪਾਦਨ ਦੇ ਨਾਲ ਜਮ੍ਹਾਂ ਤਕਸੀਮ ਕਰ ਕੇ ਜਮ੍ਹਾਂ ਘਟਾਓ ਕਰ ਕੇ ਫਿਰ ਦੇਖਦੇ ਵੀ ਇੰਨੀ ਲਾਗਤ ਬਣੀ ਆ ਤੇ ਇਹਦਾ ਮੁਤਾਬਕ ਇੰਨੀ ਇਹਦੀ ਤੈਅ ਕਰ ਦਿੱਤੀ ਜਾਵੇ ਜੀ। ਅੱਛਾ, ਉਹ ਸਿਫਾਰਿਸ਼ ਕਹਿੰਦਾ ਕਰਦੇ ਆ, ਜਾਂਦੀ ਸਾਨੂੰ ਕੈਬਨਿਟ 'ਚ ਜਾਂਦੇ ਆ, ਕੈਬਨਿਟ ਵਾਲੇ ਉਹਨੂੰ ਪਾਸ ਕਰਦੇ ਆ ਵੀ ਹੁਣ ਐਤਕੀ ਜਿਹੜੀ ਫਸਲ ਬੀਜੀ ਆ ਉਹਦਾ ਜਿਹੜਾ ਰੇਟ ਹੈ ਉਹ ਆਉਂਦੀ ਫਸਲ ਇਹਨੂੰ ਖਰੀਦੂਗੀ। ਸ਼ੇਰਗਿੱਲ ਸਾਹਿਬ, ਇਹ ਤਾਂ ਕਿਤਾਬੀ ਗੱਲਾਂ ਲੱਗਦੀਆਂ। ਜਿੰਨੀ ਦੇਰ ਤੱਕ ਹੁਣ ਅਸੀਂ ਖੇਤੀ ਨੂੰ ਦੇਖਿਆ ਜਾਂ ਸਮਝਦੇ ਹਾਂ, ਹਰ ਵਾਰ ਕਦੀ 10 ਵਧਾ ਦਿਓ, ਕਦੀ 20 ਵਧਾ ਦਿਓ, ਕਦੀ 30 ਵਧਾ ਦਿਓ, ਕੋਈ ਚੰਗਾ ਸਰਕਾਰ ਆਈ ਤੇ 40 ਵਧਾ ਦਿਓ। ਇਹ ਮੈਨੂੰ ਲੱਗਦਾ ਨਹੀਂ ਕੈਲਕੂਲੇਸ਼ਨ ਕੋਈ ਕਰਦਾ ਹੈ ਜਾਂ ਕਿਤੇ ਸੂਚ 'ਚ ਆਉਂਦੀ ਅਸਲੀਅਤ 'ਚ। ਨਹੀਂ, ਇੱਕ ਵਾਰ ਜ਼ਰੂਰ ਇਹਨਾਂ ਦੇ 6 ਸਾਲਾਂ 'ਚ ਇੱਕ ਫਸਲ ਦੀ 100 ਰੁਪਈਆ ਵਧਾਈ ਸੀ, ਉਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਸੀ। ਅੱਜ ਤੱਕ 100 ਰੁਪਈਆ ਵਧੀ ਨਹੀਂ ਸੀਗੀ, ਜਿੰਨੇ ਪਿਛਲੇ ਸਮੇਂ 'ਚ ਆਈ ਆ। 50 ਰੁਪਏ ਤੋਂ ਵੱਧ ਕਿਸੇ ਨੇ ਨਹੀਂ ਵਧਾਈ। 10-20 50 10-20 50 ਹੁੰਦੇ ਰਹੇ ਆ। ਤੁਸੀਂ 1947 ਤੋਂ ਲਾ ਲਓ, 50 ਤੋਂ ਲਾ ਲਓ, 60 ਤੋਂ ਲਾ ਲਓ, ਕਦੀ ਵੀ ਨਹੀਂ ਹੋਈ। ਕਦੇ ਵੀ ਕਿਤੇ ਉਹਦੀ ਜਿਹੜੀ ਆ ਕੈਲਕੂਲੇਸ਼ਨ ਗਡਕਰੀ ਸਾਹਿਬ ਦੀ ਤੁਸੀਂ ਦੱਸੀ ਆ, ਇਹ ਕਦੇ ਕਾਗਜ਼ ਤੇ ਆ ਕੇ ਦੱਸ ਨਹੀਂ ਸਕਦੇ ਕਿ ਇਦਾਂ ਵਾਕਈ ਹੁੰਦੀ ਹੈ। ਉਹਨਾਂ ਨੇ ਇਹ ਕਿਹਾ ਵੀ ਕੈਬਨਿਟ ਫਿਰ ਉਹਨੂੰ ਪਾਸ ਕਰਦਾ ਆ ਜੀ, ਬਕਾਇਦਾ ਨੋਟੀਫਿਕੇਸ਼ਨ ਜਾਰੀ ਹੁੰਦਾ ਆ ਤੇ ਇਹ ਕਾਨੂੰਨ ਦਾ ਹੀ ਹਿੱਸਾ ਆ ਜੀ। ਤੇ ਜੇ ਆਪਾਂ ਗਡਕਰੀ ਸਾਹਿਬ ਨੂੰ ਪੁੱਛੀਏ ਕੱਲ ਨੂੰ ਤੁਸੀਂ ਉਹ ਜਿਹੜੇ ਕਮਿਸ਼ਨ ਬਿਠਾਇਆ ਹੋਇਆ ਲਾਗਤ ਕਮਿਸ਼ਨ ਜਾਂ ਜਿਹੜੀ MSP ਤੈਅ ਕਰਨ ਵਾਲਾ ਕਮਿਸ਼ਨ, ਕੱਲ ਨੂੰ ਤੁਸੀਂ ਉਹਨੂੰ ਕਹੋ ਸਿਫਾਰਸ਼ਾਂ ਨਹੀਂ ਭੇਜਣੀਆਂ ਜੀ, ਜ਼ਬਰਦਸਤੀ ਤਾਂ ਨਹੀਂ ਭੇਜੂਗਾ ਉਹ। ਬਿਲਕੁਲ। ਤੇ ਜਦੋਂ ਉਹਨੇ ਭੇਜੀਆਂ ਹੀ ਨਹੀਂ ਤੇ ਤੁਸੀਂ ਕੈਬਨਿਟ 'ਚ ਕੀ ਪਾਸ ਕਰੋਗੇ ਜੀ। ਤੇ ਜੇ ਕੈਬਨਿਟ 'ਚ ਪਾਸ ਨਹੀਂ ਹੋਇਆ ਨੋਟੀਫਿਕੇਸ਼ਨ ਕਾਹਦਾ ਜਾਰੀ ਹੋਊਗਾ, ਉਹ ਤਾਂ ਖਤਮ ਹੋ ਗਿਆ ਨਾ ਕੰਮ। ਤੇ ਜੇ ਕਾਨੂੰਨ ਦੇ ਵਿੱਚ ਰਿਹਾ ਹੋਊਗਾ ਫਿਰ ਨਾ ਤਾਂ ਤੁਹਾਨੂੰ ਉਹਦੀ ਸਿਫਾਰਸ਼ਾਂ ਲੈਣ ਦੀ ਲੋੜ ਪੈਣੀ ਆ, ਨਾ ਆਹ ਤਾਮ-ਝਾਮ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਨਾ ਪੈਣਾ। ਦੇਖੋ ਜੀ, ਸਰਕਾਰ ਫਸੀ ਹੋਈ ਆ ਤੇ ਕਿਸਾਨ ਡਟੇ ਹੋਏ ਨੇ। ਬਿਲਕੁਲ ਜੀ। ਤੇ ਅੰਤਰਰਾਸ਼ਟਰੀ ਦਬਾਅ ਵੀ ਵੱਧ ਰਿਹਾ ਤੇ ਸਮਾਂ ਵੀ ਵੱਧ ਰਿਹਾ, ਠੰਡ ਵੀ ਵੱਧ ਰਿਹਾ। ਲੋੜ ਤੇ ਇਸ ਗੱਲ ਦੀ ਆ ਕਿ ਇਸ ਮਸਲੇ ਦਾ ਜਿੰਨੀ ਛੇਤੀ ਹੋ ਸਕੇ, ਜਿੰਨਾ ਚੰਗਾ ਹੋ ਸਕੇ ਉਹਨਾਂ ਹੱਲ ਕੀਤਾ ਜਾਵੇ। ਬਿਲਕੁਲ ਜੀ, ਬਿਲਕੁਲ। ਮਿਲਦੇ ਆ ਇਸੇ ਪ੍ਰੋਗਰਾਮ ਵਿੱਚ ਬ੍ਰੇਕ ਤੋਂ ਬਾਅਦ ਤੇ ਫਿਰ ਕਰਾਂਗੇ ਚਰਚਾ ਇਸ ਗੱਲ ਦੇ ਉੱਤੇ ਕਿ ਪੰਜਾਬ ਦੀਆਂ ਖੇਤਰੀ ਸਿਆਸੀ ਪਾਰਟੀਆਂ ਕੀ ਕਰ ਰਹੀਆਂ। ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਪ੍ਰੋਗਰਾਮ ਦੇਖ ਰਹੇ ਹਾਂ ਵਿਚਾਰ ਚਰਚਾ ਤੇ ਪੰਜਾਬੀ ਨੈਸ਼ਨਲ TV ਤੇ ਸ਼ੇਰਗਿੱਲ ਸਾਹਿਬ ਜੀ, ਅਸੀਂ ਗੱਲ ਕਰਦੇ ਸੀ ਨਿਤਿਨ ਗਡਕਰੀ ਦੀ ਜੀ ਕਿ ਭਾਜਪਾ ਦੇ ਜਿਹੜੇ ਸਾਰੇ ਲੀਡਰ ਨੇ ਮੋਰ ਔਰ ਲੈਸ 19-21 ਦੇ ਫਰਕ ਨਾਲ ਇੱਕੋ ਬਿਆਨ ਤੇ ਤੁਰੇ ਹੋਏ ਨੇ। ਜੀ ਬਿਲਕੁਲ, ਉਹਨਾਂ ਦਾ ਮੈਂ ਗੱਲ ਕਰਦਾ ਹਟਿਆ ਪਹਿਲਾਂ ਵੀ। MSP ਦੇ ਬਾਰੇ ਜਿਹੜੇ ਉਹ ਕਹਿ ਰਹੇ ਸੀਗੇ ਵੀ ਇਹ ਸਾਡਾ ਕਾਨੂੰਨ ਪਹਿਲਾਂ ਹੀ ਬਣਿਆ ਹੋਇਆ ਹੈ, ਵੀ ਜਦੋਂ ਤੁਹਾਡੇ ਕਾਨੂੰਨ ਦੇ ਵਿੱਚ ਸ਼ਾਮਲ ਹੀ ਹੈ ਨਹੀਂ, ਤੁਸੀਂ ਜਦੋਂ ਮਰਜ਼ੀ ਉਹ ਕਮਿਸ਼ਨ ਨੂੰ ਕਹਿ ਸਕਦੇ ਵੀ ਸਾਨੂੰ ਨਹੀਂ ਲੋੜ ਤੇਰੀ। ਅੱਜ ਨਹੀਂ, ਕੱਲ੍ਹ ਨਹੀਂ, ਸਾਲ ਨੂੰ 2 ਸਾਲਾਂ ਨੂੰ ਕਹਿ ਹੀ ਦਊਂਗੇ। ਜਦ ਤੁਸੀਂ ਪਿਛਲੀ ਇੰਟਰਵਿਊ ਦੇਖਿਆ ਜਾਵੇ, ਤੁਸੀਂ ਆਪ ਹੀ ਕਿਹਾ ਸੀਗਾ ਗਡਕਰੀ ਹੋਣਾ ਨੇ ਵੀ MSP ਜਿਹੜਾ ਸਰਕਾਰ ਤੇ ਬੋਝ ਆ, ਬਹੁਤ ਜ਼ਿਆਦਾ ਪੈਸਾ ਦੇਣਾ ਪੈਂਦਾ। ਫਿਰ ਉਹ ਸ਼ਾਂਤਾ ਕੁਮਾਰ ਦੀ ਰਿਪੋਰਟ ਆ ਗਈ, ਜਿੱਤੇ ਕੰਮ ਕਰਦਿਆਂ ਇੱਥੇ ਆ ਕੇ ਪਹੁੰਚ ਗਈ ਗੱਲ। ਹੁਣ ਜਦੋਂ ਤੁਹਾਡੇ ਤੋਂ ਮੰਗ ਰਹੇ ਆ ਵੀ MSP ਨੂੰ ਕਾਨੂੰਨ ਬਣਾ ਦਿਓ ਤੇ ਕਿਉਂ ਨਹੀਂ ਬਣਾਉਂਦੇ ਜੀ। ਦੇਖੋ ਹੁਣ ਜੇ ਗਡਕਰੀ ਸਾਹਿਬ ਕੀ ਕਹਿ ਰਹੇ ਸੀਗੇ, ਕਹਿੰਦੇ ਸਰਕਾਰ ਉਹਨੂੰ ਕਹਿੰਦੀ ਗੱਲਬਾਤ ਕਰਨ ਲਈ ਆਓ ਤੁਸੀਂ ਲਿਖ ਕੇ ਲਿਆਓ ਬਿੰਦੂ, ਇੱਕ ਪੁਆਇੰਟ ਲਿਖੋ ਥੱਲੇ ABCD ਕਰੋ, ਫਿਰ ਦੂਜਾ ਪੁਆਇੰਟ ਲਿਖੋ ABCD ਕਰੋ। ਜਦ ਗੱਲਾਂ ਹੀ ਤਿੰਨ ਆ ਉਹਨਾਂ ਕੋਲ ਤਾਂ ਫਿਰ ਇੰਨੇ ਪੁਆਇੰਟਾਂ ਦੇ ਵਿੱਚ ABCD ਕਰਨ ਦੀ ਕੀ ਲੋੜ ਹੈ। ਉਹ ਸਾਫ਼ ਕਹਿੰਦੇ ਜੀ ਸਾਨੂੰ MSP ਦੱਸੋ ਜੀ ਕਾਨੂੰਨ ਬਣਾਉਣਾ ਕਿ ਨਹੀਂ ਜੀ। ਉਹ ਸਾਫ਼ ਕਹਿੰਦੇ ਵੀ APMC ਮੰਡੀਆਂ ਰਹਿਣੀਆਂ ਕਿ ਨਹੀਂ, ਸਾਫ਼ ਦੱਸੋ। ਤੇ ਜਦੋਂ ਸਾਰਾ ਕੁਝ ਨਿਬੜ ਜਾਂਦਾ ਉਹ 2 ਗੱਲਾਂ ਤੇ ਆ ਜਾਂਦੇ ਫਿਰ ਵੀ ਯੈਸ ਜਾਂ ਨੋ। ਤੇ ਜੇ 2 ਗੱਲਾਂ ਹੀ ਉਹਨਾਂ ਨੇ ਪੁੱਛਣੀਆਂ ਤੁਹਾਨੂੰ ਤੇ ਫਿਰ ਉਹ ਐਡਾ ਚਾਰਟ ਬਣਾ ਕੇ ਤੁਹਾਡੇ ਕੋਲ 3 ਵਾਰੀ ਅੱਗੇ ਦੇ ਚੁੱਕੇ ਆ। ਹੁਣ ਤੁਸੀਂ ਫੇਰ ਕਹਿੰਦੇ ਚਾਰਟ ਬਣਾ ਕੇ ਲਿਆਓ, ਤੇ ਫਿਰ ਇਹ ਤਾਂ ਲੱਗਦਾ ਵੀ ਕਿਤੇ ਨਾ ਕਿਤੇ ਚਾਰਟ ਦੇ ਵਿੱਚ ਗਲਤੀ ਫੜ ਲਈ ਹੈ। ਜਿੱਦਾਂ ਪੇਪਰ ਦੇਈਦਾ ਨਾ ਆਪਾਂ, ਆਮ ਇਮਤਿਹਾਨ ਦਿੰਦੇ ਜਦੋਂ ਸਟੂਡੈਂਟ ਪਹਿਲੀ ਵਾਰੀ ਲੱਗਦਾ, ਚਾਹੇ ਕਲਾਸਾਂ ਵਾਲੇ ਹੀ ਹੋਵੇ, ਜਦੋਂ ਪਹਿਲੀ ਵਾਰੀ ਲੱਗਦਾ ਵੀ ਸਾਰਾ ਦੇ ਕੇ ਅਗਲੀ ਵਾਰ ਨਹੀਂ ਬੰਦੇ ਤੋਂ ਕਾਮਯਾਬ ਹੁੰਦਾ, ਦੂਜੀ ਵਾਰ ਫੇਰ ਦੇਖਦਾ, ਤੀਜੀ ਵਾਰ ਫੇਰ ਦੇਖਦਾ, ਉਹ ਚੌਥੀ ਵਾਰੀ ਫਿਰ ਟੀਚਰ ਉਹਨੂੰ ਕਹਿੰਦਾ ਯਾਰ ਆਹ ਤੂੰ ਪਹਿਲਾਂ ਜਿਹੜਾ ਸਹੀ ਲਿਖਿਆ ਸੀਗਾ, ਦੂਜੀ ਵਾਰੀ ਆਹ ਗਲਤੀ ਕਰ ਲਿਆ ਆ, ਤੀਜੀ ਵਾਰੀ ਫੇਰ ਸਹੀ ਲਿਖਿਆ, ਚੌਥੀ ਵਾਰ ਫੇਰ ਗਲਤੀ ਕਰ ਲਿਆ ਆ। ਉਹ ਇਹ ਵੀ ਇਹ ਚਾਹੁੰਦੇ ਆ ਵੀ ਕਿਤੇ ਨਾ ਕਿਤੇ ਦਾ ਪੁਆਇੰਟ ਉਹਨਾਂ ਦੇ ਘਟਣ, ਜਾਂ ਕਿਤੇ ਨਾ ਕਿਤੇ ਕੋਈ ਗਲਤੀ ਤਾਂ ਕਰਨ ਉਹ, ਫਿਰ ਅਸੀਂ ਉਹੀ ਫੜ ਲਾਂਗੇ ਵੀ ਆਹ ਦੇਖੋ ਜੀ ਕਿਸਾਨਾਂ ਨੇ ਆਹ ਕਿਹਾ ਸੀ। ਸੋ ਉਹ ਪਹਿਲਾਂ ਵੀ ਕਹਿੰਦੇ ਹਟੇ ਆ ਵੀ ਅਸੀਂ ਤੁਹਾਨੂੰ ਮੰਗ ਪੱਤਰ 1 2 3 4 ਵਾਰੀ ਦੇ ਚੁੱਕੇ ਹਾਂ, ਸਾਰਾ ਕੁਝ ਲਿਆ ਕੇ ਤੁਹਾਡੇ ਮੂਹਰੇ ਰੱਖ ਚੁੱਕੇ ਹਾਂ, ਅਸੀਂ ਸਾਰਾ ਕਾਨੂੰਨ ਹੀ ਪੜ੍ਹਿਆ ਹੋਇਆ ਹੈ
ਤਾਂ ਫਿਰ ਗੱਲ ਉੱਥੇ ਮੁੱਕਦੀ ਹੈ ਨਾ ਬਈ ਯੈਸ ਜਾਂ ਨੋ, ਤੁਸੀਂ ਦੱਸ ਦਿਓ, ਪਰ ਉਹ ਦੱਸ ਤਾਂ ਫਿਰ ਵੀ ਸਪਸ਼ਟ ਰਹੇ ਆ ਤਾਂ ਕਾਨੂੰਨ ਵਾਪਸ ਨਹੀਂ ਹੋਣੇ, ਹੋਰ ਜੋ ਮਰਜ਼ੀ ਕਰ ਲਓ। ਹੁਣ ਇਹ ਗੱਲ ਕਿੱਧਰ ਨੂੰ ਤੁਰਦੀ ਕਿੱਧਰ ਨੂੰ ਨਹੀਂ ਤੁਰਦੀ ਆ, ਪਰ ਜਿਹੜੇ ਉੱਥੋਂ ਦੇ ਲੋਕਾਂ ਦੇ ਵਿੱਚ ਜੇ ਗੱਲ ਕੀਤੀ ਜਾਵੇ, ਜਿਹੜੇ ਗਏ ਹੋ ਆ ਉੱਥੇ, ਜਿਹੜੇ 10-10 12-12 ਦਿਨ ਦੇ ਬੈਠੇ ਆ, ਉਹਨਾਂ ਦਾ ਹੁਣ ਇਹੀ ਆ ਕੰਮ ਵੀ ਸਰਕਾਰ ਜੇ ਟਸ ਤੋਂ ਮਸ ਨਹੀਂ ਹੋ ਰਹੀ, ਸਾਨੂੰ ਇੱਥੇ ਹੀ ਬੈਠਣ ਨਾਲੋਂ ਥੋੜ੍ਹਾ ਜਿਹਾ ਸੰਘਰਸ਼ ਤੇਜ਼ ਕਰਕੇ ਦਿੱਲੀ ਦੇ ਅੰਦਰ ਵੱਲ ਨੂੰ ਜਾਣਾ ਚਾਹੀਦਾ। ਹੁਣ ਜਦੋਂ ਇਹੋ ਜਿਹੀ ਨੌਬਤ ਆ ਜਾਂਦੀ ਹੈ ਤਾਂ ਫਿਰ ਉਹ ਦੇਖੋ ਕਿਹੋ ਜਿਹੇ ਹਾਲਾਤ ਬਣਦੇ ਆ। ਸੋ ਉਸ ਹਾਲਾਤ ਵੱਲ ਨੂੰ ਨਾ ਜਾਣ ਚੰਗਾ ਰਹੇਗਾ, ਅਤੇ ਕਿਸਾਨ ਵੀ ਉਸ ਇਹ ਚਾਹੁੰਦੇ ਆ ਵੀ ਅਸੀਂ ਜਿੰਨਾ ਚਿਰ ਸ਼ਾਂਤਮਈ ਰੱਖਿਆ, ਸ਼ਾਂਤਮਈ ਰਹੇ ਤਾਂ ਸਾਡਾ ਜਿਹੜਾ ਮਸਲਾ ਹੱਲ ਹੋ ਜਾਏ। ਅਤੇ ਸਰਕਾਰ ਉਸ ਮਸਲੇ ਵੱਲ ਨੂੰ ਆ ਹੀ ਨਹੀਂ ਰਹੀ। ਚਾਹੀਦਾ ਤਾਂ ਦੋਨਾਂ ਧਿਰਾਂ ਦੇ ਵਿੱਚ ਬਹਿ ਕੇ, ਜਦੋਂ ਠੀਕ ਆ ਪ੍ਰਧਾਨ ਮੰਤਰੀ ਸਾਹਿਬ ਵੀ ਕਹਿੰਦੇ ਵੀ ਸੰਵਾਦ ਚੱਲਦਾ ਰਹਿਣਾ ਚਾਹੀਦਾ, ਅਤੇ ਚੱਲਦਾ ਰਹਿਣ ਦੇ ਨਾਲ ਉਹਦਾ ਨਤੀਜਾ ਵੀ ਤਾਂ ਆਉਣਾ ਚਾਹੀਦਾ ਨਾ ਕੋਈ। ਇਕੱਲਾ ਸੰਵਾਦ ਕਰੀ ਜਾਓ, ਗੱਲਬਾਤ ਕਰੀ ਜਾਓ, ਨਿਕਲੇ ਕੁਛ ਨਾ, 5 7 6 7 8 9 ਘੰਟੇ ਬੈਠੇ, ਮੁੜ ਕੇ ਆ ਕੇ ਗੱਲ ਉਹੀ ਸਵੇਰੇ ਸੁਰਖੀਆਂ ਬਣ ਜਾਣ। ਦੇਖੋ ਜੀ 5ਵੇਂ ਗੇੜ ਦੀ ਗੱਲਬਾਤ ਵੀ ਬੇਸਿੱਟਾ ਰਹੀ, ਹੁਣ ਅਗਲੇ ਗੇੜ 'ਚ ਮਿਲਾਂਗੇ ਤਾਂ ਫਿਰ ਉਹ ਤਾਂ ਸੰਵਾਦ ਫਿਰ ਲਗਾਤਾਰ ਭਾਵੇਂ ਜਿੰਨਾ ਚਿਰ ਮਰਜ਼ੀ ਚਲਾਈ ਜਾਓ। ਜੀ ਸ਼ੇਰਗਿੱਲ ਸਾਹਿਬ, ਆਪਾਂ ਗੱਲ ਸੈਂਟਰ ਤੋਂ ਲੈ ਕੇ ਪੰਜਾਬ 'ਚ ਕਰੀਏ, ਪੰਜਾਬ ਦੀਆਂ ਜਿਹੜੀਆਂ ਸਿਆਸੀ ਧਿਰਾਂ ਆ ਉਹਨਾਂ ਨੇ ਕੱਲ੍ਹ ਕੀ ਕੀਤਾ, ਉਹ ਵੀ ਕੱਲ੍ਹ ਕਹਿੰਦੇ ਬਹੁਤ ਜ਼ੋਰ ਲਾਇਆ ਇਹਨਾਂ ਨੇ। ਦੇਖੋ ਜੀ ਹੁਣ ਹਰੇਕ ਸਿਆਸੀ ਪਾਰਟੀ ਜਿਹੜੀ ਆ ਉਹ ਇੱਕ ਕਿਸਾਨ ਅੰਦੋਲਨ ਦਾ ਹਿੱਸਾ ਬਣਨਾ ਚਾਹੁੰਦੀ ਆ ਜੀ, ਪਰ ਕਿਸਾਨ ਜਿਹੜੇ ਆ ਉਹ ਬੜੇ ਜਿਗਰੇ ਵਾਲੇ ਆ, ਕਿਸਾਨ ਇਹਨਾਂ ਨੂੰ ਹਿੱਸਾ ਬਣਾ ਕੇ ਰਾਜੀ ਨਹੀਂ। ਉਹ ਇਹਨਾਂ ਦੇ ਹਿੱਸਾ, ਇਹਨਾਂ ਤੋਂ ਇੱਕ ਕਿਸਮ ਦਾ ਸਾਫ਼ ਸ਼ਬਦਾਂ 'ਚ ਪੰਜਾਬੀ 'ਚ ਕਹਿ ਦਈਏ ਮੂੰਹ ਨਹੀਂ ਲਾਉਂਦੇ ਜੀ। ਬਥੇਰੀ ਕੋਸ਼ਿਸ਼ ਕੀਤੀ ਇਹਨਾਂ ਦੇ ਨੇੜੇ ਜਾ ਕੇ ਬੈਠਣ ਦੀ, ਉੱਥੇ ਨੇੜੇ ਪਹੁੰਚਣ ਦੀ, ਪਰ ਨਹੀਂ, ਉਹਨਾਂ ਨੇ ਮੂੰਹ ਨਹੀਂ ਲਾਇਆ। ਔਰ ਹੁਣ ਤੱਕ ਜੇ ਸਫਲ ਵੀ ਤਾਂ ਹੀ ਹੋਏ ਆ, ਜੇ ਕਿਤੇ ਸਿਆਸਤਦਾਨਾਂ 'ਚ ਵੜ ਜਾਂਦੀ ਆ ਕੇ ਤਾਂ ਫਿਰ ਉਹ ਗੱਲ ਜਿਹੜੀ ਰੂਪ ਰੇਖਾ ਹੀ ਹੋਰ ਹੋ ਜਾਣੀ ਸੀਗੀ। ਸੋ ਗਾਹੇ ਬਗਾਏ ਜਿਹੜੀ ਸਿਆਸੀ ਪਾਰਟੀਆਂ ਹੈ ਨਾ, ਉਹ ਚਾਹੁੰਦੀਆਂ ਪਏ ਅਸੀਂ ਕਿਸੇ ਤਰੀਕੇ ਨਾਲ ਲੋਕਾਂ ਤੱਕ ਇਹ ਜ਼ਾਹਰ ਕਰੀਏ ਪਏ ਅਸੀਂ ਸਮਰਥਨ ਹੀ ਕਰ ਰਹੇ ਹਾਂ, ਅਸੀਂ ਹਮਾਇਤ ਹੀ ਕਰ ਰਹੇ ਹਾਂ ਜੀ। ਹੁਣ ਇੱਕ ਪਾਸੇ ਤਾਂ ਪੰਜਾਬ ਕਾਂਗਰਸ ਨੇ ਸ਼ੰਭੂ ਬਾਰਡਰ ਦੇ ਉੱਤੇ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਬੜਾ ਵੱਡਾ ਵਿਸ਼ਾਲ ਧਰਨਾ ਦਿੱਤਾ ਜੀ। ਉਹਦੇ ਨਾਲ ਹੀ ਅਕਾਲੀ ਦਲ ਦਾ ਕੱਲ੍ਹ ਜਿਹੜਾ ਸਥਾਪਨਾ ਦਿਵਸ ਸੀਗਾ 100 ਸਾਲਾ ਜੀ, ਜਿਹਨੂੰ ਲੈ ਕੇ ਇਹਨਾਂ ਨੇ ਪਹਿਲਾਂ ਅਨੰਦਪੁਰ ਸਾਹਿਬ ਰੱਖਿਆ ਸੀ ਪ੍ਰੋਗਰਾਮ ਬਹੁਤ ਵੱਡੇ ਪੱਧਰ ਤੇ, ਪਰ ਉਹ ਕਿਸਾਨੀ ਅੰਦੋਲਨ ਕਰਕੇ ਆਪਣੀ ਸੂਝ-ਬੂਝ ਦਿਖਾਉਂਦੇ ਆ ਉਹ ਰੱਦ ਕਰਤਾ ਸੀਗਾ। ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਵੀ ਇੱਕ ਰਸਮੀ ਉੱਥੇ ਅਕਾਲ ਤਖਤ ਸਾਹਿਬ ਤੇ ਆਪਾਂ ਅਖੰਡ ਪਾਠ ਸਾਹਿਬ ਕਰਾ ਕੇ ਭੋਗ ਪਾਵਾਂਗੇ ਤੇ ਉੱਥੇ ਮਨਾਵਾਂਗੇ। ਉਸ ਦੌਰਾਨ ਹੀ ਉਹਨਾਂ ਨੇ ਫਿਰ ਇਹ ਰੋਸ ਧਰਨਾ ਜਿਹੜਾ ਅੰਮ੍ਰਿਤਸਰ ਦਾ ਗੋਲਡਨ ਗੇਟ ਉੱਥੇ ਰੱਖਿਆ ਗਿਆ, ਜਿਹਦੇ ਵਿੱਚ ਜੇ ਆਪਾਂ ਕਹੀਏ ਸੁਨੀਲ ਜਾਖੜ ਨੇ ਸਖਤ ਚੇਤਾਵਨੀ ਦਿੱਤੀ ਤਾਂ ਨਾਲ ਚੇਤਾਵਨੀ ਅਕਾਲੀ ਆਗੂਆਂ ਨੇ ਵੀ ਦਿੱਤੀ ਇੱਥੇ ਜੀ। ਸੁਨੀਲ ਜਾਖੜ ਨੇ ਤਾਂ ਸਾਫ਼ ਕਹਿਤਾ ਵੀ ਕੇਂਦਰ ਜਿਹੜਾ ਆ ਉਹ ਪੰਜਾਬੀਆਂ ਨਾਲ ਜਾਣਬੁੱਝ ਕੇ ਧੱਕਾ ਕਰ ਰਿਹਾ ਜੀ। ਤੇ ਜਾਖੜ ਸਾਹਿਬ ਤੁਹਾਡੀ ਜਿਹੜੀ ਪਿਛਲੀ ਸਰਕਾਰ ਕਾਂਗਰਸ ਦੀ ਸੀਗੀ, ਜਿਹਦੇ ਤੇ 70 ਸਾਲ ਦਾ ਹੀ ਦੋਸ਼ ਲੱਗਦਾ ਆ ਰਿਹਾ ਵੀ ਪੰਜਾਬੀਆਂ ਨਾਲ ਧੱਕਾ ਕਰਦੀ ਆਈ ਆ, ਤੇ ਹੁਣ ਤੁਸੀਂ ਉਹ ਦੇਖੋ ਬੰਦੇ ਬਦਲੇ ਆ, ਪਾਰਟੀਆਂ ਬਦਲੀਆਂ, ਗੱਲਾਂ ਹੋਈ ਆ ਜੀ। ਕੱਲ੍ਹ ਉਹ ਇਹਨਾਂ ਤੇ ਦੋਸ਼ ਲਾਉਂਦੇ ਸੀਗੇ, ਅੱਜ ਉਹਨਾਂ ਤੇ ਦੋਸ਼ ਲਾਉਣ ਡਏ ਆ। ਉਹੀ ਕੰਮ ਉੱਥੇ ਜਦੋਂ ਸਰਕਾਰ ਦੇ ਵਿੱਚ ਸੀਗੇ, ਭਾਈਵਾਲ ਸੀਗੇ, ਉਦੋਂ ਤਾਂ ਚੰਗੇ ਗੁਣ ਗਾਉਂਦੇ ਸੀਗੇ, ਤੇ ਹੁਣ ਤਾਂ ਉਹਨਾਂ ਨੇ ਉੱਥੇ ਹਰਸਿਮਰਤ ਨੇ ਵੀ ਬੜੀ ਵੱਡੀ ਚੇਤਾਵਨੀ ਸਾਫ਼ ਕਹਿਤੀ। ਉਦੋਂ ਤਾਂ ਇਹ ਵੀ ਕਹਿੰਦੇ ਸੀ ਕਿ ਕਾਨੂੰਨ ਬਹੁਤ ਚੰਗੇ ਆ। ਦੇਖੋ ਉਹੀ ਕੁਛ ਸਰਕੂਲੇਟ ਹੋ ਰਿਹਾ ਨਾ ਹੁਣ ਜੀ। ਮੁੜ ਕੇ ਬਿਆਨ ਹੀ ਨਹੀਂ ਕੋਈ ਦਵਾਇਆ ਹੁਣ ਵੱਡੇ ਬਾਦਲ ਸਾਹਿਬ ਤੋਂ। ਠੀਕ ਹੈ, ਉਹਨਾਂ ਨੇ ਪਦਮ ਵਿਭੂਸ਼ਣ ਵਾਪਸ ਕਰਤਾ, ਉਹਦੇ ਬਦਲੇ 'ਚ ਉਹਨਾਂ ਨੇ ਵਧਾਈ ਵੀ ਦੇਤੀ ਜਨਮ ਦਿਨ ਦੀ, ਪਰ ਮੁੜ ਕੇ ਉਹ ਗੱਲ ਤੁਰੀ ਨਹੀਂ ਕਿਤੇ ਵੀ, ਕਿਤੇ ਉਹ ਰੁਕ ਕੇ ਰਹਿ ਗਈ ਆ। ਹੁਣ ਉਹ ਰੋਸ ਧਰਨਿਆਂ ਦੇ ਨਾਲ ਇਹ ਸਿਆਸੀ ਪਾਰਟੀਆਂ ਜਿਹੜੀਆਂ ਆਪਣੇ ਆਪ ਨੂੰ ਹਾਸ਼ੀਏ ਤੇ ਗਈਆਂ ਸਮਝ ਰਹੀਆਂ ਜੀ, ਚਲੇ ਵੀ ਗਈਆਂ ਹਾਸ਼ੀਏ ਤੇ। ਜੇ ਆਪਾਂ ਦੇਖੀਏ ਆਪ ਦਾ ਵਜੂਦ ਕਿਤੇ ਲੱਭਦਾ ਨਹੀਂ, ਉਹ ਵੀ ਕਦੀ ਕੇਜਰੀਵਾਲ ਸਾਹਿਬ ਸਿੰਘੂ ਬਾਰਡਰ ਤੇ ਪਹੁੰਚ ਜਾਂਦੇ ਆ, ਦੇਖੋ ਜੀ ਮੈਂ ਤਾਂ ਤੁਹਾਡੀ ਸੇਵਾ ਨੂੰ ਦੇਖਣ ਆਇਆ ਪਏ, ਤੁਹਾਡੇ ਸੇਵਾ ਪਾਣੀ 'ਚ ਕੋਈ ਕਮੀ ਤਾਂ ਨਹੀਂ ਹੈਗੀ, ਕਿਸਾਨਾਂ ਦੇ ਨਾਲ ਵੀ ਤੁਸੀਂ ਮੇਰੇ ਹਲਕੇ 'ਚ ਆਏ ਆ, ਬਾਰਡਰ ਤੇ ਬੈਠੇ ਆ। ਕੱਲ ਇੱਕ ਦਿਨ ਆਪ ਵਾਲੇ ਵੀ ਉਹਨਾਂ ਨੇ ਵੀ ਆਪ ਵੀ ਉਹਨਾਂ ਨੇ ਕਿਹਾ ਵੀ ਅਸੀਂ ਸਮਰਥਨ ਕਰਾਂਗੇ ਤੇ ਇੱਕ ਦਿਨ ਅਸੀਂ ਵੀ ਭੁੱਖ ਹੜਤਾਲ ਰੱਖਾਂਗੇ। ਇਹ ਕੰਮ ਫਿਰ ਇੱਧਰ ਅਕਾਲੀਆਂ ਦਾ ਤੇ ਕਾਂਗਰਸ ਦਾ ਰਿਹਾ ਸੀਗਾ। ਸੋ ਇਹ ਜਿਹੜੀਆਂ ਸਿਆਸੀ ਪਾਰਟੀਆਂ ਹੁਣ ਹਾਸ਼ੀਏ ਵੱਲ ਨੂੰ ਧੱਕ ਹੋ ਰਹੀਆਂ, ਉਹ ਕਿਸਾਨੀ ਅੰਦੋਲਨ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰ ਰਹੀਆਂ, ਇਹ ਸਮਰਥਨ ਦਿਖਾਲ ਰਹੀਆਂ ਲੋਕਾਂ ਨੂੰ ਵੀ ਅਸੀਂ ਇਹਨਾਂ ਦੀ ਹਮਾਇਤ ਦੇ ਵਿੱਚ ਆ। ਇਹਦੇ ਨਾਲ ਹੀ ਜੰਤਰ ਮੰਤਰ ਦੇ ਵਿੱਚ ਵੀ ਜਿਹੜੇ ਕਿ ਪਿਛਲੇ 5 7 8 ਦਿਨ ਤੋਂ ਕਾਂਗਰਸੀ ਆਗੂ MP ਬੈਠੇ ਆ, ਉੱਥੇ ਨਾਲ ਉਹਨਾਂ ਨੇ MLA ਵੀ ਜੁੜ ਗਏ ਜਾ ਕੇ, ਉਹ ਵੀ ਉੱਥੇ ਧਰਨੇ ਪ੍ਰਦਰਸ਼ਨ ਤੇ, ਉੱਥੇ ਚਾਹ, ਉੱਥੇ ਹੀ ਖਾਣਾ ਪੀਣਾ ਸੌਣਾ ਸਭ ਉੱਥੇ ਹੀ ਰਜਾਈ ਲੈ ਕੇ ਬੈਠੇ ਹੋਏ ਆ। ਉਹਨਾਂ ਦੀ ਤਾਂ ਅਖਬਾਰ 'ਚ ਵੀ ਨਹੀਂ ਖਬਰ ਲੱਭਦੀ ਕਿਤੇ। ਉਹ ਤਾਂ ਆਪਣਾ ਰੋਸ ਪ੍ਰਦਰਸ਼ਨ ਤਾਂ ਕਰ ਰਹੇ ਆ, ਚਲੋ ਮੀਡੀਆ ਨਹੀਂ ਉਹਨੂੰ ਪਰ ਅਹਿਮੀਅਤ ਦਿੰਦਾ, ਵੱਖਰੀ ਗੱਲ ਆ, ਪਰ ਉਹਨਾਂ ਦਾ ਜਿਹੜਾ ਰੋਸ ਪ੍ਰਦਰਸ਼ਨ ਵੱਖਰਾ ਆ। ਉਹ ਕਹਿੰਦੇ ਪਾਰਲੀਮੈਂਟ ਦਾ ਸੈਸ਼ਨ ਜਲਦ ਤੋਂ ਜਲਦ ਬੁਲਾਓ। ਕਿਤੇ 8ਵੇਂ ਕਾਲਮ ਤੇ ਦਿਖਦੇ ਆ, ਨਹੀਂ ਤਾਂ ਅਖਬਾਰ 'ਚ ਵੀ ਲੱਭਦੇ ਨਹੀਂ। ਉਹੀ ਉਹਨਾਂ ਦਾ ਪ੍ਰਦਰਸ਼ਨ ਆਪਣਾ ਕਰੀ ਜਾਂਦੇ, ਜੇ ਉੱਥੇ ਬੈਠਾ ਕੋਈ ਆਉਂਦਾ ਗੱਲਬਾਤ ਕਰ ਲੈਂਦਾ, ਆਪਣੀ ਉਹ ਜੋ ਤਕਰੀਰਾਂ ਜ਼ੋਰ ਨਾਲ ਕਹਿ ਕੇ ਉਹ ਆਪਣੀ ਭੜਾਸ ਕੱਢ ਲੈਂਦੇ ਆ। ਤੇ ਪਰ ਉਹਨਾਂ ਦਾ ਜਿਹੜਾ ਆਪਣੇ ਵੱਖਰਾ ਤਰੀਕੇ ਦਾ, ਕਿਉਂ ਦੇਖੋ ਗੱਲ ਉੱਥੇ ਆ ਜਾਂਦੀ ਨਾ, ਹੁਣ ਸਿੰਘੂ ਬਾਰਡਰ ਤੇ ਤੁਸੀਂ ਆਉਣ ਨਹੀਂ ਦਿੰਦੇ, ਟਿਕਰੀ ਬਾਰਡਰ ਤੇ ਤੁਸੀਂ ਆਉਣ ਨਹੀਂ ਦਿੰਦੇ, ਹੁਣ ਕਿਸੇ ਤਰੀਕੇ ਨਾਲ ਰੋਸ ਪ੍ਰਦਰਸ਼ਨ ਤਾਂ ਕਰਨਾ ਹੀ ਆ ਨਾ, ਆਪਣਾ ਰੋਜ਼ ਜ਼ਾਹਰ ਤਾਂ ਕਰਨਾ ਹੀ ਆ ਨਾ ਵੀ ਤੁਸੀਂ ਸਾਡੇ ਕਿਸਾਨਾਂ ਨਾਲ ਧੱਕਾ ਕੀਤਾ ਹੈ। ਸੋ ਇਹ ਕੁੱਲ ਮਿਲਾ ਕੇ ਦੇਖਿਆ ਜਾਵੇ ਸਿਆਸੀ ਪਾਰਟੀਆਂ ਹੁਣ
ਬਾਹਰੋਂ ਸਮਰਥਨ ਦਿੰਦੀਆਂ ਲੱਗਦਾ ਵੇ ਕਿਤੇ ਨਾ ਕਿਤੇ ਸਾਨੂੰ ਇਹਨਾਂ ਦੇ ਵਿੱਚ ਜਾਣ ਦੀ ਲੋੜ ਹੈਗੀ ਆ। ਹੁਣ ਕਿਸਾਨ ਇਹਨਾਂ ਨੂੰ ਕਿੰਨਾ ਲੈਂਦੇ ਆ, ਇਹਨਾਂ ਰੋਸ ਧਰਨੇ ਨੂੰ ਸਮਰਥਨ ਵਜੋਂ ਲੈਂਦੇ ਆ ਕਿ ਨਹੀਂ ਲੈਂਦੇ ਆ, ਕਿਸਾਨ ਆਗੂਆਂ ਤੇ ਡਿਪੈਂਡ ਆ ਜੀ। ਗੱਲ ਇਹ ਵੀ ਆ ਨਾ ਵੀ ਇਹ ਸਾਰੇ ਦੇ ਸਾਰੇ ਕਿਸਾਨਾਂ ਦੇ ਦੋਸ਼ੀ ਨੇ, ਸ਼ੁਰੂ ਤੋਂ ਹੀ ਆ, ਸਾਰੇ ਦੇ ਸਾਰੇ ਸ਼ੁਰੂ ਤੋਂ ਹੀ ਦੋਸ਼ੀ ਆ। ਕਿਸੇ ਨੇ ਵੀ ਸੁਹਿਰਦਤਾ ਨਾਲ, ਗੰਭੀਰਤਾ ਨਾਲ ਕਿਸਾਨੀ ਮਸਲੇ ਨੂੰ, ਕਿਸਾਨਾਂ ਦੇ ਮੁੱਦਿਆਂ ਨੂੰ, ਕਿਸਾਨੀ ਨੂੰ ਉੱਪਰ ਚੁੱਕਣ ਦੀ ਗੱਲ ਕਿਸੇ ਨੇ ਕੀਤੀ ਹੀ ਨਹੀਂ ਜੀ। ਜੇ ਆਪਾਂ ਕਹੀਏ ਨਾ ਇਹਨਾਂ ਤੋਂ ਪਹਿਲਾਂ 10 ਸਾਲ ਕਾਂਗਰਸ ਸਰਕਾਰ ਰਹੀ ਆ ਤਾਂ ਉਦੋਂ ਤਾਂ ਫਿਰ ਵੀ MSP ਇੰਨਾ ਨਹੀਂ ਵਧੀ ਸੀ ਜਿੰਨੀ ਇਹਨਾਂ 6 ਸਾਲਾਂ 'ਚ ਵਧਦੀ ਰਹੀ ਆ ਜੀ। ਜਿਹੜੀ ਗੱਲ ਸਹੀ ਆ ਉਹ ਆਪਾਂ ਸਹੀ ਕਵਾਂਗੇ। ਜਿਹੜੀ ਇਹਨਾਂ 6 ਸਾਲਾਂ 'ਚ ਜਿੰਨੀ MSP ਵਧਾਈ ਜਾਂਦੀ ਰਹੀ ਆ, ਖੈਰ ਸਵਾਮੀਨਾਥਨ ਰਿਪੋਰਟ ਅਨੁਸਾਰ ਪੂਰੀ ਤਾਂ ਨਹੀਂ ਸੀ ਲਾਗੂ ਹੋਣ ਦੀ, ਤੇ ਲਾਗਤ ਦਾ 1.5 ਗੁਣਾ ਮੁੱਲ ਦਿੱਤਾ ਜਾਊਗਾ, ਉਹ ਪੂਰੀ ਤਰ੍ਹਾਂ ਨਹੀਂ ਹੋ ਰਹੀ ਆ। ਉਹਦੇ ਲਾਗੇ ਛਾਗੇ ਜ਼ਰੂਰ ਕਿਤੇ ਨਾ ਕਿਤੇ ਪਹੁੰਚਾਤੀ ਸੀਗੀ, ਪਰ ਫਿਰ ਗੱਲ ਉੱਥੇ ਆ ਜਾਂਦੀ ਨਾ। ਹੁਣ ਇੱਕ ਬੰਦਾ ਮੈਨੂੰ ਮਿਲਿਆ, ਉਹ ਕਹਿੰਦਾ ਜੀ ਇਹ ਕਿਸਾਨ ਉਦੋਂ ਮਜਬੂਰ ਹੁੰਦਾ ਜਦੋਂ ਇਹਨੂੰ ਮੁੱਲ ਨਹੀਂ ਮਿਲਦਾ ਤੇ ਇਹ ਮੰਡੀ 'ਚ ਫਸਲ ਲੈ ਕੇ ਪਹੁੰਚਿਆ ਹੁੰਦਾ ਜੀ। ਕਹਿੰਦਾ ਮੈਂ ਟਰਾਲੀ ਲੈ ਕੇ ਗਿਆ ਮੱਕੀ ਦੀ, MSP ਉਹਦਾ ਭਾਅ ਹੈਗਾ 1880 ਰੁਪਈਏ, ਉੱਥੇ ਮੇਰਾ ਮੁੱਲ ਲਾਤਾ ਜੀ ਉਹਨਾਂ ਨੇ 780 ਰੁਪਈਏ। ਮੈਂ ਕਹਿੰਦਾ ਸੋਚਣ ਲੱਗ ਪਿਆ, ਕਿਸਾਨ ਦੀ ਗੱਲ ਹੈ ਆਪਣੀ, ਸੋਚਣ ਲੱਗ ਪਿਆ ਵੀ ਜੇ ਮੈਂ ਇਹਨੂੰ ਹੁਣ ਵਾਪਸ ਲੈ ਗਿਆ ਘਰ ਕਿੰਨੇ ਦਿਨ ਰੱਖ ਲੂੰਗਾ, 1 ਦਿਨ 2 ਦਿਨ, ਅਕਸਰ ਟਰਾਲੀ ਦੇ ਵਿੱਚੋਂ ਕੱਢ ਕੇ ਹਵਾ ਤਾਂ ਲਵਾਉਣੀ ਪਊਗੀ ਉਹਨੂੰ ਜੀ। ਦੂਸਰੀ ਗੱਲ ਸੋਚੀ ਵੀ ਮੰਨ ਲਓ ਮੇਰਾ ਉਹ ਆੜਤੀਆ ਫਲਾਨਾ ਹੈਗਾ ਬੰਦਾ, ਚੱਲ ਮੈਂ ਉਹਦੇ ਢੇਰੀ ਕਰਿਆ ਉਹਨਾਂ, ਜਦੋਂ ਫੇਰ ਕਿਤੇ ਇਧਰ ਮੁੱਲ ਲੱਗੂਗਾ ਫੇਰ ਚੱਕ ਲਿਆਉਂਗਾ। ਕਹਿੰਦਾ ਮੈਂ ਲਾਉਣ ਲਈ ਪਹਿਲਾਂ ਲੇਬਰ ਦਊਂਗਾ, ਫਿਰ ਉਹਨੂੰ ਹਵਾ ਲਵਾਉਂਗਾ, ਸਾਫ਼ ਕਰਾਉਂਗਾ, ਜੋ ਵੀ ਹੈ, ਕਿਉਂਕਿ ਜਦੋਂ ਇਹਨੂੰ ਹੁੰਮ ਪੈ ਜਾਏ ਤਾਂ ਫਿਰ ਰੰਗ ਬਦਲ ਜਾਂਦਾ ਮੱਕੀ ਦਾ, ਫਿਰ ਤਾਂ ਉਹ 700 'ਚ ਵੀ ਨਹੀਂ ਵਿਕਣੀ। ਉੱਥੇ ਲਾ ਕੇ ਮੁੜ ਕੇ ਜਦੋਂ ਇੱਧਰਲਾ ਰੇਟ ਮੈਨੂੰ ਮਿਲਦਾ ਕਿ ਨਹੀਂ ਮਿਲਦਾ, ਬਾਈ ਚਾਂਸ ਇਹਦੇ ਨਾਲੋਂ ਵੱਧ ਮਿਲ ਜਾਏ, ਫਿਰ ਮੈਂ ਲਦਾਉਂਗਾ, ਲਦਾ ਕੇ ਲਿਆ ਕੇ ਫੇਰ ਸਿੱਟੂੰਗਾ ਇੱਥੇ ਜੀ। ਇਹ ਕਹਿੰਦਾ ਇੰਨਾ ਕੁਝ ਜਦੋਂ ਮੈਂ ਸੋਚਿਆ ਸਾਰਾ ਕੁਝ ਵੀ ਲੇਬਰ ਕਿੰਨੀ ਪੈ ਗਈ ਤੇ ਕਿੰਨਾ ਮੈਨੂੰ ਖਰਚਾ ਪੈ ਗਿਆ, ਉਹ ਕਹਿੰਦਾ 1800 ਤੋਂ ਕਿਤੇ ਗਾਹਾਂ ਚੱਲ ਗਿਆ। ਕਹਿੰਦਾ ਫਿਰ ਮੈਂ ਸੋਚਿਆ ਭਰਾਵਾ 780 ਤੇ ਦੇ ਜਾਂਦੇ ਆ। ਸੋ ਇਸ ਤਰੀਕੇ ਨਾਲ ਗਾਹਾਂ ਜਿਹੜੇ ਆਉਣ ਵਾਲੇ ਸਮੇਂ 'ਚ ਕਿਸਾਨ ਵੀ ਇਦਾਂ ਹੀ ਮਜਬੂਰ ਹੋਊਗਾ। ਜਦੋਂ MSP ਮੰਨ ਲਓ ਇੱਕ ਜਿੱਦਾਂ ਕਹਿ ਰਹੇ ਆ, ਜੇ ਅੱਜ ਕੱਲ ਪਰਸੋਂ ਸਾਲ 2 ਸਾਲ ਤੱਕ ਇਹਨਾਂ ਦੇ ਹੌਲੀ ਹੌਲੀ ਜਦੋਂ MSP ਖਤਮ ਕਰਤੀ ਨਾ, ਤਾਂ ਜਦੋਂ ਫਿਰ ਵਪਾਰੀ ਆਉਣਗੇ ਬਾਹਰਲੇ, ਉਹਨਾਂ ਨੇ ਕਹਿਣਾ ਹਾਂ ਬਈ ਕਿੰਨੇ ਦੀ ਆ, ਮੈਂ ਤਾਂ ਭਾਈ 1000 ਰੁਪਏ ਚੱਕਣੀ ਆ, ਤੂੰ ਦੇਖ ਲਾ। ਇਹਨਾਂ ਨੂੰ ਦੇਖਣਾ ਬਾਕੀ ਸਟੇਟਾਂ 'ਚ ਇਹੀ ਕੁਝ ਹੋ ਵੀ ਰਿਹਾ, ਤਾਂ ਹੀ ਉਹ ਇੱਧਰ ਆ ਕੇ ਵੇਚਦੇ ਆ। ਉਹ ਜੇ ਹੁਣ ਉਹ ਬੰਦੇ 1000 ਰੁਪਏ ਚੱਕਣ ਨੂੰ ਆ ਗਏ ਵਪਾਰੀ, ਤੇ ਦੂਜੇ ਵਪਾਰੀ ਨੂੰ ਕਿੱਦਾਂ ਕਹੂਗਾ ਤੂੰ 12 ਜਿਹੜੇ MSP 1800 ਵਾਲੀ ਲੈ ਲਾ, ਉਹ ਤਾਂ ਕਹੂਗਾ ਭਾਈ ਮੈਂ ਜੋ 1000 ਲੈਂਦਾ ਮੇਰੇ ਤੋਂ 10 ਵੱਧ ਲੈ ਲਈ। ਉਦੋਂ ਫਿਰ ਕਿਸਾਨ ਮਜਬੂਰ ਹੋਊਗਾ ਵੀ ਯਾਰ ਜਿੱਦਾਂ ਦੀ ਮਿਲਦੀ ਆ ਲੈ ਲਓ, ਚੱਕ ਲਓ। ਫਿਰ ਉਦੋਂ ਜਿਹੜਾ ਦੌਰ ਜਿਹੜਾ ਕਿਸਾਨਾਂ ਦਾ ਹੋਰ ਮਾੜਾ ਆਊਗਾ। ਸੋ ਇਸ ਭਵਿੱਖ ਨੂੰ ਗੱਲ ਇੱਥੇ ਇਹ ਆਉਂਦੀ ਵੀ ਅਗਲੀ ਫਸਲ ਤੇ ਅਗਲੀ ਨਸਲ ਬਚਾਉਣ ਲਈ ਕਿਸਾਨ ਜਿਹੜਾ ਜਦੋਜਹਿਦ ਕਰ ਰਿਹਾ। ਇਹ ਨਹੀਂ ਵੀ ਉਹਨੂੰ ਜੋ ਦਿਸਦਾ ਆ ਵੀ ਉਹ ਸ਼ਾਇਦ ਆਉਂਦੇ ਸਮੇਂ 'ਚ ਹੋਵੇ ਜਾਂ ਨਾ ਵੀ ਹੋਵੇ, ਇਹਦਾ ਆਪਣੀ ਕਿਆਸ ਰਹੀ ਆ, ਪਰ ਉਹਦੇ ਮਨ 'ਚ ਤਾਂ ਇੱਕ ਬੈਠ ਗਈ ਨਾ ਵੀ ਆਉਂਦੀ ਜਿਹੜੀ ਫਸਲ ਆ ਮੈਨੂੰ ਉਹ ਮੇਰੀ ਵਿਕਦੀ ਕਿ ਨਹੀਂ ਵਿਕਦੀ, ਇਹ ਵੀ ਇੱਕ ਸ਼ਸ਼ੋਪੰਚ ਵਿੱਚ ਆ। ਆਉਣ ਵਾਲੀ ਨਸਲ ਆ, ਮੇਰੀ ਪੀੜ੍ਹੀ ਆ, ਉਹਦੇ ਲਈ ਜ਼ਮੀਨ ਬਚਦੀ ਕਿ ਨਹੀਂ ਬਚਦੀ, ਇਹ ਵੀ ਉਹਦੇ ਲਈ ਬਹੁਤ ਫਿਕਰ ਵਾਲੀ ਗੱਲ ਆ ਜੀ। ਆਉਣ ਵਾਲੇ ਦਿਨਾਂ 'ਚ ਕੋਈ ਮੀਟਿੰਗ ਦਾ ਅਸਾਰ ਨਹੀਂ ਹਲੇ ਹੋ ਰਿਹਾ, ਤੇ ਕਹਿੰਦੇ ਸੀਗੇ ਵੀ 15 ਤੱਕ ਸ਼ਾਇਦ, ਜਿੱਦਾਂ ਅੱਜ 15 ਤਰੀਕ ਹੋ ਗਈ ਆ, ਅੱਜ ਦੀ ਕਿਆਸ ਰਾਈ ਲਾਈ ਸੀ ਕਿ ਸ਼ਾਇਦ ਮੀਟਿੰਗ ਹੋ ਜਾਏ। ਪਰ ਹੁਣ ਜਿੱਦਾਂ ਇਹਨਾਂ ਨੇ ਗੇਂਦ ਉਹਨਾਂ 'ਚ ਸੁੱਟੀ ਹੋਆ, ਹੁਣ ਕਿਸਾਨ ਆਗੂਆਂ ਦੀ ਮੀਟਿੰਗ ਕਰਕੇ ਉਹ ਇਹਨਾਂ ਦਾ ਰਿਸਪੌਂਸ ਕਿਵੇਂ ਦਿੰਦੇ ਆ, ਕਿਹੜੀ ਤਰੀਕ ਤੈਅ ਕਰਦੇ ਆ, ਮੀਟਿੰਗ ਕਰਨੀ ਵੀ ਆ ਕਿ ਨਹੀਂ ਕਰਨੀ ਆ, ਉਹ ਹੁਣ ਉਸ ਮੀਟਿੰਗਾਂ ਦੇ ਵਿੱਚ ਜਿਹੜੀ ਉਹਨਾਂ ਦੀ ਜਥੇਬੰਦੀਆਂ ਦੀ ਮੀਟਿੰਗ ਹੋਣੀ ਆ, ਚਾਹੇ ਦੇਸ਼ ਪੱਧਰ ਦੇ ਆਗੂਆਂ ਨਾਲ, ਚਾਹੇ 32 ਕਿਸਾਨ ਯੂਨੀਅਨ ਜਿਹੜੀ ਪੰਜਾਬ ਦੀਆਂ ਉਹਨਾਂ ਨਾਲ ਰਲ ਕੇ ਕਰਨਗੇ, ਫਿਰ ਹੀ ਇਹਦੇ ਤੇ ਡਿਪੈਂਡ ਕਰਦਾ ਵੀ ਮੀਟਿੰਗ ਦਾ ਅਗਲਾ ਮਾਹੌਲ ਬਣਦਾ ਕਿ ਨਹੀਂ ਬਣਦਾ। ਜੀ ਸ਼ੇਰਗਿੱਲ ਸਾਹਿਬ, ਆਸ ਕਰਦੇ ਹਾਂ ਕਿ ਇਸ ਸਮੱਸਿਆ ਦਾ ਜਲਦੀ ਹੱਲ ਹੋਵੇ, ਬਿਲਕੁਲ ਜੀ, ਕੁਝ ਸੁਖਾਵਾ ਹੋਰ ਹੋਵੇ ਤੇ ਕੁਝ ਹੋਰ ਵਿਚਾਰ ਚਰਚਾ ਵੀ ਕਰੀਏ। ਜੀ ਬਿਲਕੁਲ, ਮਿਲਾਂਗੇ ਜੀ ਅਗਲੀ ਵਾਰ ਕੁਝ ਹੋਰ ਵਿਚਾਰ ਲੈ ਕੇ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।